ਡੀਡੀ ਪੰਜਾਬੀ ਦੇਖ ਰਹੇ ਗੱਲਾਂ ਤੇ ਗੀਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। 15 ਅਗਸਤ 2021 ਤੋਂ ਅਸੀਂ ਮਨਾ ਰਹੇ ਹਾਂ ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ, ਜੋ ਅਸੀਂ 15 ਅਗਸਤ 2022 ਤੱਕ ਮਨਾਉਣਾ ਹੈ। ਇਸੇ ਸਿਲਸਿਲੇ ਦੇ ਵਿੱਚ ਅਸੀਂ ਆਜ਼ਾਦੀ ਘੁਲਾਟੀਆਂ ਦੀ ਗੱਲ ਕਰਦੇ ਹਾਂ, ਸੁਤੰਤਰਤਾ ਸੰਗਰਾਮ ਨਾਲ ਜੁੜੀ ਹੋਈਆਂ ਸ਼ਖਸੀਅਤਾਂ ਦੀ ਗੱਲ ਕਰਦੇ ਹਾਂ। ਅੱਜ ਅਸੀਂ ਗੱਲ ਕਰਾਂਗੇ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਬਾਰੇ। ਸੋ ਉਹਨਾਂ ਦੀ ਜੀਵਨ ਗਾਥਾ ਕੀ ਹੈ, ਉਹਨਾਂ ਦੇ ਜੀਵਨ ਦਾ ਫਲਸਫਾ ਕੀ ਹੈ, ਦੱਸਣ ਵਾਸਤੇ ਸਟੂਡੀਓਜ਼ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਡਾਕਟਰ ਦਿਨੇਸ਼ ਅਰੋੜਾ ਜੀ, ਜੋ ਕਿ ਐਸੋਸੀਏਟ ਪ੍ਰੋਫੈਸਰ ਨੇ DAV ਕਾਲਜ ਜਲੰਧਰ ਤੋਂ, ਤੇ ਇਹਨਾਂ ਦਾ ਫੀਲਡ ਹੈ ਰਾਜਨੀਤੀ ਸ਼ਾਸਤਰ। ਸਵਾਗਤ ਤੁਹਾਡਾ, ਬਹੁਤ ਬਹੁਤ ਤੇ ਮੁਬਾਰਕਬਾਦ ਕਿ ਅਸੀਂ ਆਜ਼ਾਦੀ ਦਾ ਮਹਾ ਉਤਸਵ ਅੰਮ੍ਰਿਤ ਮਹਾ ਉਤਸਵ ਮਨਾ ਰਹੇ ਹਾਂ। ਸੋ ਲਾਲ ਬਹਾਦੁਰ ਸ਼ਾਸਤਰੀ ਜੀ ਦੇ ਜੀਵਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹਨਾਂ ਦੇ ਜੀਵਨ ਦੇ ਉੱਤੇ ਖਾਸ ਅਸਰ ਭਗਵਦ ਗੀਤਾ ਦਾ ਹੈ, ਜਿਹਦੇ 'ਚ ਉਹ ਕਰਮ ਦੀ ਗੱਲ ਕਰਦੇ ਨੇ। ਤਾਂ ਅਸੀਂ ਆਪਣੇ ਦਰਸ਼ਕਾਂ ਨਾਲ ਇੱਕ ਛੋਟਾ ਜਿਹਾ ਕਪਲੇਟ ਹੈ ਉਹ ਸਾਂਝਾ ਕਰ ਲਈਏ। ਸੋ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਹਮੇਸ਼ਾ ਯੁੱਧ ਚੱਲਦਾ ਰਹਿੰਦਾ, ਹਮੇਸ਼ਾ ਮਹਾਭਾਰਤ ਚੱਲਦਾ ਰਹਿੰਦਾ, ਤੇ ਅਸੀਂ ਹਮੇਸ਼ਾ ਹੀ ਇਹ ਨਿਰਣੇ ਕਰਨਾ ਹੁੰਦਾ ਕਿ ਅਸੀਂ ਕਿੱਧਰ ਜਾਈਏ ਤੇ ਕਿੱਧਰ ਨਾ ਜਾਈਏ। ਸੋ ਹਮੇਸ਼ਾ ਅਸੀਂ ਕਰਮ ਦੇ ਉੱਤੇ ਗੱਲ ਕਰਦੇ ਹਾਂ। ਜ਼ਿੰਦਗੀ ਅਮਲ ਹੈ, ਕਰਮ, ਐਕਸ਼ਨ। सो उसके बारे एक छोटा जहा कपलेट है। हम सब आज के अर्जुन ही तो हैं, कृष्ण हमसे भी यही कहते हैं कि जिंदगी सिर्फ अमल, सिर्फ अमल, सिर्फ अमल। बेरहम अमल सुलह भी है और जंग भी है, अमन की मोहनी तस्वीर के रंगों में छुपा हुआ खून का रंग भी है। जंग रहमत है या लानत ये सवाल अब ना उठा, जंग जब आ ही गई सर पे तो रहमत होगी। दूर से न देख इन भड़के हुए शोलों का जलाल, इसी दोज़ख के किसी कोने में जन्नत होगी। दोस्तों, साथियों, हम सब आज के अर्जुन ही तो हैं। एक कपलेट है जिहदे विच पूरा सार निकलदा है गीता दा और सारे पवित्र ग्रंथां दा कि असी कर्म करिए, एक्शन विच रहिए और वधिया एक्शन करिए, वधिया कर्म करिए। ਉਹੀ ਸਾਡੀ ਪਹਿचान है, क्योंकि मेरी ते तुहाडी पहचान साडे ਕੰਮਾਂ ਤੋਂ है, ਹੋਰ ਸਾਡੀ ਕੋਈ ਪਹਿचान नहीं। सो डॉक्टर दिनेश, ਤੁਸੀਂ ਬਿਲਕੁਲ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਬਾਰੇ ਸਾਨੂੰ ਦੱਸਣਾ ਸ਼ੁਰੂ ਕਰੋ ਕਿ ਉਹਨਾਂ ਦਾ ਜੀਵਨ, ਉਹਨਾਂ ਦਾ ਬਚਪਨ ਔਰ ਕਿਸ ਚੀਜ਼ ਦਾ ਉਹਨਾਂ ਦੇ ਬਚਪਨ ਦੇ ਉੱਤੇ, ਉਹਨਾਂ ਦੇ ਮਨ ਦੇ ਉੱਤੇ, ਬਾਲ ਮਨ ਦੇ ਉੱਤੇ ਜ਼ਿਆਦਾ ਅਸਰ ਰਹਿੰਦਾ। ਬਿਲਕੁਲ ਸੰਜੀਵ ਜੀ, ਤੁਸੀਂ ਬਹੁਤ ਅੱਛੀ ਸ਼ੁਰੂਆਤ ਕੀਤੀ ਹੈ। ਅਸੀਂ ਨਾਇਕ ਮਹਾਨਾਇਕ ਦੀ ਗੱਲ ਕਰਦੇ ਹਾਂ ਜੀ। ਭਾਰਤ ਰਤਨ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੇ ਜਦੋਂ ਅਸੀਂ ਜੀਵਨ ਬਾਰੇ ਝਾਤ ਮਾਰਦੇ ਹਾਂ, ਉਹ ਇੱਕ ਖੁੱਲ੍ਹੀ ਕਿਤਾਬ ਹੈ ਜੀ। ਉਹਨਾਂ ਦਾ ਜਿਹੜਾ ਜਨਮ ਹੈ ਉਹ 2 ਅਕਤੂਬਰ, ਇੱਕ ਖਾਸ ਦਿਨ ਹੈ ਸਾਡੇ ਲਈ, ਔਰ ਇਸੇ ਦਿਨ 2 ਅਕਤੂਬਰ ਵਾਲਾ ਦਿਨ ਮਹਾਤਮਾ ਗਾਂਧੀ ਜੀ ਦਾ ਜਨਮ ਦਿਵਸ ਵੀ ਅਸੀਂ ਮਨਾਉਂਦੇ ਹਾਂ। ਦਰੁਸਤ, ਇਸੇ ਦਿਨ 2 ਅਕਤੂਬਰ ਨੂੰ ਉਹਨਾਂ ਦਾ ਜਨਮ ਦਿਵਸ ਹੈ, ਔਰ 1904 ਨੂੰ ਉਹਨਾਂ ਦਾ ਬਰਥ ਹੁੰਦਾ ਹੈ। ਔਰ ਮੁਗਲ ਸਰਾਏ UP ਦੇ ਵਿੱਚ ਇੱਕ ਬਹੁਤ ਪ੍ਰਸਿੱਧ ਸ਼ਹਿਰ ਹੈ, ਉੱਥੇ ਉਹਨਾਂ ਦਾ ਜਨਮ ਹੁੰਦਾ ਹੈ। ਸ਼੍ਰੀ ਸ਼ਾਰਦਾ ਪ੍ਰਸਾਦ ਜੀ ਉਹਨਾਂ ਦੇ ਪਿਤਾ, ਔਰ ਰਾਮ ਦੁਲਾਰੀ ਜੀ ਉਹਨਾਂ ਦੇ ਮਾਤਾ ਜੀ। ਹਾਂਜੀ। ਔਰ ਉਹਨਾਂ ਦੇ ਘਰ ਉਹਨਾਂ ਦਾ ਇਹ ਜਨਮ ਹੁੰਦਾ ਹੈ। ਪਿਤਾ ਜਿਹੜੇ ਹੈ ਉਹ ਇੱਕ ਅਧਿਆਪਕ ਦੀ ਭੂਮਿਕਾ ਨਿਭਾਉਂਦੇ ਹੈ, ਅਧਿਆਪਕ ਹੈ, ਔਰ ਇਹ ਕਹਿ ਲਓ ਕਿ ਇੱਕ ਮੱਧ ਵਰਗੀ ਪਰਿਵਾਰ ਹੈ ਜਿਹੜਾ ਕਿ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਜੋ ਕਮਾਉਂਦੇ ਹੈ ਉਹਦੇ ਨਾਲ, ਆਪਣੀਆਂ ਮਿਹਨਤ ਦੇ ਨਾਲ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਹਾਂਜੀ। ਬਹੁਤ ਸਾਰੇ ਬਰਥ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਦੇ ਛੋਟੇ ਛੋਟੇ ਇਨਸੀਡੈਂਟ ਸਾਨੂੰ ਦੇਖਣ ਨੂੰ ਮਿਲਦੇ ਹੈ। ਹਾਂਜੀ। ਇਹ ਵੀ ਇੱਕ ਇਨਸੀਡੈਂਟ ਆਉਂਦਾ ਹੈ ਕਿ ਅਕਤੂਬਰ 'ਚ ਉਹਨਾਂ ਦਾ ਬਰਥ ਹੁੰਦਾ ਹੈ, ਔਰ ਨੈਕਸਟ ਈਅਰ ਉਹਨਾਂ ਨੂੰ ਗੰਗਾ ਸਨਾਨ ਦੇ ਲਈ ਲੈ ਕੇ ਜਾਂਦੇ ਹੈ। ਹਾਂਜੀ। ਔਰ ਉੱਥੇ ਵੀ ਇੱਕ ਛੋਟਾ ਜਿਹਾ ਇਨਸੀਡੈਂਟ ਆਉਂਦਾ ਹੈ ਕਿ ਜਿਸ ਵੇਲੇ ਇਹ ਲਾਪਤਾ ਹੋ ਜਾਂਦੇ ਹੈ, ਬਹੁਤ ਗੋਦੀ 'ਚ ਹੁੰਦੇ ਹੈ ਲੇਕਿਨ ਲਾਪਤਾ ਹੋ ਜਾਂਦੇ ਹੈ, ਔਰ ਥੋੜ੍ਹੇ ਟਾਈਮ ਬਾਅਦ ਇਹਨਾਂ ਨੂੰ ਨਾਵ ਦੇ ਉੱਪਰ, ਇੱਕ ਬੇੜੀ ਦੇ ਉੱਪਰ ਇਹਨਾਂ ਨੂੰ ਦੁਬਾਰਾ ਜਿਹੜਾ ਇਹਨਾਂ ਦੇ ਪੇਰੈਂਟਸ ਜਿਹੜੇ ਆ ਉਹ ਦੇਖਦੇ ਆ। ਅੱਛਾ ਜੀ। ਔਰ ਬੜੇ ਉਹ ਇੱਕ ਛੋਟਾ ਜਿਹਾ ਭਾਵੁਕ ਜਿਹਾ ਇਨਸੀਡੈਂਟ ਛੋਟੇ ਜਿਹੇ ਇਹਨਾਂ ਦੀ ਲਾਈਫ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਕੁਛ ਮਹੀਨਿਆਂ ਦੇ ਵਿੱਚ ਜਿਸ ਉਹਨਾਂ ਨੂੰ ਸਨਾਨ ਨਹੀਂ ਲੈ ਕੇ ਜਾਂਦੇ ਅਤੇ ਕੁਛ ਟਾਈਮ ਦੇ ਲਈ ਇਹ ਅਲੋਪ ਹੋ ਜਾਂਦੇ ਆ। ਪਤਾ ਨਹੀਂ ਲੱਗਦਾ ਕਿ ਕਿੱਥੇ ਚਲੇ ਗਏ, ਕਿਉਂਕਿ ਉੱਥੇ ਰਸ਼ ਬਹੁਤ ਹੁੰਦਾ ਹੈ। ਔਰ ਗੰਗਾ ਸਨਾਨ ਇਲਾਹਾਬਾਦ ਦਾ ਬਹੁਤ, ਬਨਾਰਸ ਦਾ, ਇਲਾਹਾਬਾਦ ਦਾ ਬਹੁਤ ਫੇਮਸ ਹੈ। ਹਾਂਜੀ। ਇੱਕ ਦੁਖਦ ਘਟਨਾ ਦੇਖਣ ਨੂੰ ਇਹ ਮਿਲਦੀ ਹੈ ਕਿ ਇਹਨਾਂ ਦੇ ਜਿਹੜੇ ਪਿਤਾ ਜੀ ਹੈ ਉਹਨਾਂ ਦਾ ਦੇਹਾਂਤ ਬਹੁਤ ਜਲਦੀ ਹੋ ਜਾਂਦਾ। ਲਗਭਗ ਇਹਨਾਂ ਦੀ ਉਮਰ ਉਸ ਵੇਲੇ 1.5 ਸਾਲ ਦੇ ਕਰੀਬ ਹੈ, ਔਰ ਪਿਤਾ ਜੀ ਦਾ ਸਾਇਆ ਜਿਹੜਾ ਉਹ ਇਹਨਾਂ ਦੇ ਸਿਰ ਤੋਂ ਚੱਕਿਆ ਜਾਂਦਾ ਹੈ, ਔਰ ਸਾਰਾ ਜਿਹੜੀ ਜ਼ਿੰਮੇਵਾਰੀ ਹੈ ਉਹ ਮਾਤਾ ਜੀ ਦੇ ਉੱਪਰ ਆ ਜਾਂਦੀ ਹੈ। ਔਰ ਇਹਨਾਂ ਦਾ ਜਿਹੜਾ ਬਚਪਨ ਜਿਹੜਾ ਬੀਤਦਾ ਹੈ, ਸ਼ੁਰੂਆਤ ਜਿਹੜੀ ਹੈ ਉਹ ਮੁਗਲ ਸਰਾਏ 'ਚ ਹੀ ਹੁੰਦੀ ਹੈ। ਇਹ ਨਾਨਾ ਜੀ ਕੋਲ, ਇਹਨਾਂ ਦੇ ਨਾਨਾ ਜੀ ਵੀ ਅਧਿਆਪਕ ਹੈ, ਔਰ ਉਹਨਾਂ ਦਾ ਨਾਮ ਸ਼੍ਰੀ ਹਜ਼ਾਰੀ ਲਾਲ ਜੀ ਹੈ, ਔਰ ਉਹਨਾਂ ਦੇ ਕੋਲ ਰਹਿ ਕੇ ਇਹ ਆਪਣੀ ਬਚਪਨ ਜਿਹੜਾ ਉਹਨਾਂ ਨੂੰ ਬਿਤਾਉਂਦੇ ਹੈ। ਸਕੂਲ ਦੀ ਜਿਹੜੀ ਪੜ੍ਹਾਈ ਹੈ ਉੱਥੇ ਹੀ ਮੁਗਲ ਸਰਾਏ ਦੇ ਵਿੱਚ ਇਹਨਾਂ ਨੂੰ ਸਕੂਲ ਜਿਹੜਾ ਉਹ
ਐਡਮਿਟ ਕਰਵਾਇਆ ਜਾਂਦਾ ਜਦੋਂ ਇਹਨਾਂ ਦੀ ਉਮਰ 5 ਸਾਲ ਤੋਂ ਉੱਪਰ ਹੋ ਜਾਂਦੀ ਹੈ ਤਾਂ ਉੱਥੇ ਇਹਨਾਂ ਨੂੰ ਐਡਮਿਸ਼ਨ ਜਿਹੜੀ ਹੈ ਸਕੂਲ 'ਚ ਮਿਲਦੀ ਹੈ ਜੀ। ਸ਼ੁਰੂ ਤੋਂ ਹੀ ਬਚਪਨ ਤੋਂ ਹੀ ਅਗਰ ਅਸੀਂ ਇਹਨਾਂ ਦਾ ਬਚਪਨ ਦੇਖਦੇ ਹਾਂ ਤਾਂ ਬਹੁਤ ਸਾਦਗੀ ਵਾਲਾ ਹੈ, ਕਿਉਂਕਿ ਇੱਕ ਤਾਂ ਪਰਿਵਾਰ ਜਿਹੜਾ ਹੈ ਉਹ ਮਾਤਾ ਜੀ ਬਹੁਤ ਧਾਰਮਿਕ ਵਿਚਾਰਾਂ ਦੇ ਹੈ ਜੀ, ਸਿੰਪਲ ਪਰਿਵਾਰ ਹੈ, ਮਿਹਨਤ ਕਰਨ ਵਾਲਾ ਪਰਿਵਾਰ ਹੈ, ਬਹੁਤ ਸਧਾਰਨ ਜਿਹੜਾ ਉਹ ਆਪਣਾ ਬਚਪਨ ਜਿਹੜਾ ਇਹਨਾਂ ਦਾ ਦੇਖਣ ਨੂੰ ਮਿਲਦਾ ਹੈ। ਔਰ ਬਚਪਨ ਦੀਆਂ ਕੁਝ ਘਟਨਾਵਾਂ ਸਾਡੀਆਂ ਜਿਹੜੀਆਂ ਸਾਨੂੰ ਮਿਲਦੀਆਂ ਉਹਨਾਂ ਵਿੱਚ ਆਉਂਦਾ ਹੈ ਕਿ ਜਿਸ ਵੇਲੇ ਸਕੂਲ ਜਾਂਦੇ ਆ ਆਪਣੇ ਦੋਸਤਾਂ ਦੇ ਨਾਲ ਤੇ ਰਸਤੇ ਦੇ ਵਿੱਚ ਇੱਕ ਬਾਗ ਆਉਂਦਾ ਹੈ ਜਿੱਥੇ ਕੁਝ ਦੋਸਤ ਇਹਨਾਂ ਦੇ ਦੇਖਦੇ ਆ ਕਿ ਬਾਗ ਦੇ ਵਿੱਚ ਕੋਈ ਨਹੀਂ ਹੈ ਔਰ ਫਲ ਤੋੜੇ ਜਾ ਸਕਦੇ ਆ ਔਰ ਦੋਸਤ ਜਿਹੜੇ ਆ ਸ਼ਰਾਰਤੀ ਹੈ ਫਲ ਤੋੜ ਕੇ ਭੱਜ ਜਾਂਦੇ ਆ। ਜਦੋਂ ਮਾਲੀ ਆਉਂਦਾ ਹੈ ਉੱਥੇ ਬਾਗ ਦੀ ਦੇਖ ਰੇਖ ਕਰਨ ਵਾਲਾ ਆਉਂਦਾ ਹੈ, ਲਾਲ ਬਹਾਦੁਰ ਸ਼ਾਸਤਰੀ ਜੀ ਉੱਥੇ ਰੁਕ ਜਾਂਦੇ ਆ ਔਰ ਜੋ ਪੁੱਛਿਆ ਜਾਂਦਾ ਉਹਦਾ ਸਹੀ ਬਿਲਕੁਲ ਸੱਚ ਜਵਾਬ ਦਿੰਦੇ ਆ, ਚਾਹੇ ਉਹਨਾਂ ਨੂੰ ਉਸ ਵੇਲੇ ਡਾਂਟ ਵੀ ਪੈਂਦੀ ਹੈ ਜੋ ਉੱਥੋਂ ਫਲ ਤੋੜੇ ਜਾਂਦੇ ਆ ਬਿਨਾਂ ਪਰਮਿਸ਼ਨ ਤੋਂ, ਲੇਕਿਨ ਉਹ ਇੱਕ ਸਬਕ ਲੈਂਦੇ ਆ ਲਾਈਫ ਦਾ ਔਰ ਸੱਚਾਈ ਨੂੰ ਫੇਸ ਕਰਦੇ ਆ ਜੀ। ਮਤਲਬ ਸ਼ਾਇਦ ਇਹ ਇਕੱਲੇ ਹੀ ਆ ਉੱਥੇ ਜਿਹੜੇ ਕਿ ਉਸ ਸੱਚਾਈ ਨੂੰ ਫੇਸ ਕਰ ਰਹੇ ਆ, ਬਾਕੀ ਸਾਰੇ ਜਿਹੜੇ ਆ ਉੱਥੋਂ ਭੱਜ ਜਾਂਦੇ ਆ। ਇਹ ਉਹਨਾਂ ਦਾ ਕੁਦਰਤੀ ਗੁਣ ਹੈ, ਇਹ ਇੱਕ ਗੁਣ ਹੈ, ਇੱਕ ਸੱਚਾਈ ਨੂੰ ਫੇਸ ਕਰਨ ਵਾਲਾ ਹੈ ਜਿਹੜਾ ਸਾਨੂੰ ਬਚਪਨ 'ਚ ਇੱਕ ਝਲਕ ਦੇਖਣ ਨੂੰ ਮਿਲਦੀ ਪਈ ਹੈ ਕਿ ਸੱਚਾਈ ਜਿਹੜੀ ਤੁਹਾਡੇ ਸਾਹਮਣੇ ਹੈ ਉਹਨੂੰ ਫੇਸ ਕਰਨਾ ਔਰ ਉੱਥੋਂ ਉਹਨਾਂ ਨੇ ਲੈਸਨ ਲਿਆ, ਲਾਈਫ ਦਾ ਇੱਕ ਸਬਕ ਜਿਹੜਾ ਹੈ ਉਹ ਉਹਨਾਂ ਨੇ ਹਾਸਲ ਕੀਤਾ ਕਿ ਇਹ ਕੰਮ ਜਿਹੜਾ ਕਿਸ ਤਰ੍ਹਾਂ ਕਰਨਾ ਹੈ, ਕਿਸ ਤਰ੍ਹਾਂ ਨਹੀਂ ਕਰਨਾ ਔਰ ਅਗਰ ਕੋਈ ਮੁਸੀਬਤ ਆਉਂਦੀ ਤੇ ਭੱਜਣਾ ਨਹੀਂ ਹੈ, ਉਹਨੂੰ ਫੇਸ ਕਰਨਾ ਔਰ ਸੱਚਾਈ ਦੇ ਨਾਲ ਫੇਸ ਕੀਤਾ। ਔਰ ਇਹ ਇੱਕ ਉਹਨਾਂ ਦੇ ਲਾਈਫ ਦਾ ਇੰਸੀਡੈਂਟ ਦੇਖਣ ਨੂੰ ਮਿਲਦਾ। ਜਦੋਂ ਆਪਣੀ 6ਵੀਂ ਕਲਾਸ ਦੀ ਪੜ੍ਹਾਈ ਪੂਰੀ ਕਰ ਲੈਂਦੇ ਆ ਫਿਰ ਇਹ ਬਨਾਰਸ ਜਾਂਦੇ ਆ। ਇਹਨਾਂ ਦੇ ਅੰਕਲ ਹੈ ਉੱਥੇ ਰਘੁਨਾਥ ਪ੍ਰਸਾਦ ਜੀ, ਉਹਨਾਂ ਦੀ ਐਡਮਿਸ਼ਨ ਉੱਥੇ ਹਰੀਸ਼ ਚੰਦਰ ਹਾਈ ਸਕੂਲ ਹੈ ਉੱਥੇ ਇਹਨਾਂ ਦੀ ਐਡਮਿਸ਼ਨ ਕਰਵਾਈ ਜਾਂਦੀ ਹੈ ਜੀ। ਔਰ ਇੱਥੇ ਆ ਕੇ ਉਹ ਆਪਣੇ ਪਰਿਵਾਰ ਦਾ ਜਿਹੜਾ ਸਰਨੇਮ ਹੈ ਉਸ ਨੂੰ ਛੱਡ ਦਿੰਦੇ ਆ ਔਰ ਲਾਲ ਬਹਾਦੁਰ ਦੇ ਨਾਮ ਦੇ ਨਾਲ ਉਹਨਾਂ ਦੀ ਐਡਮਿਸ਼ਨ ਹੁੰਦੀ ਹੈ। ਯੈਸ, ਮੈਂ ਇੱਕ ਜਗ੍ਹਾ ਪੜ੍ਹਿਆ ਸੀਗਾ ਕਿ ਉਹਨਾਂ ਦਾ ਨਾਮ ਸੀ ਲਾਲ ਬਹਾਦੁਰ ਸ਼੍ਰੀਵਾਸਤਵ, ਯੈਸ। ਤੇ ਬਾਅਦ ਵਿੱਚ ਜੋ ਸ਼ਾਸਤਰੀ ਹੈ ਉਹਨਾਂ ਨੇ ਕੋਈ ਅਕੈਡਮਿਕ ਆਪਣੀ ਕੁਆਲੀਫਿਕੇਸ਼ਨ ਪੂਰੀ ਕੀਤੀ ਤੇ ਉਹਨਾਂ ਨੂੰ ਡਿਗਰੀ ਮਿਲੀ। ਬਿਲਕੁਲ, ਸ਼ਾਸਤਰੀ ਦਾ ਮਤਲਬ ਹੀ ਬੇਸਿਕਲੀ ਸਕਾਲਰ ਹੈ, ਵਿਦਵਾਨ ਹੈ ਔਰ ਇਹ ਉਹਨਾਂ ਨੇ ਉਪਾਧੀ ਲਈ ਹੈ। ਜਿਸ ਵੇਲੇ ਉਹ ਬਨਾਰਸ ਜਾਂਦੇ ਆ, ਜਦੋਂ ਉਹਨਾਂ ਦੀ ਐਡਮਿਸ਼ਨ ਕਰਵਾਈ ਜਾਂਦੀ ਹੈ 6 ਤੋਂ ਬਾਅਦ 7th ਕਲਾਸ ਦੇ ਵਿੱਚ, ਉਸ ਵੇਲੇ ਉਹ ਸ਼੍ਰੀਵਾਸਤਵਾ ਜਿਹੜਾ ਸਰਨੇਮ ਹੈ ਉਹਨੂੰ ਤਿਆਗਦੇ ਆ ਔਰ ਲਾਲ ਬਹਾਦੁਰ ਨਾਮ ਜਿਹੜਾ ਉਹਨੂੰ ਅਡਾਪਟ ਕਰਦੇ ਆ ਕਿ ਮੈਂ ਇਸੇ ਨਾਮ ਦੇ ਨਾਲ ਪਹਿਚਾਨਿਆ ਜਾਊਂਗਾ। ਔਰ ਇੱਕ ਬਹੁਤ ਵੱਡੀ ਇੱਕ ਮੈਸੇਜ ਸੀਗਾ ਕਿ ਅਸੀਂ ਇੱਕ ਹਾਂ, ਪੂਰੇ ਭਾਰਤੀ ਪੂਰੇ ਵਿਸ਼ਵ ਦੇ ਲੋਕ ਜਿਹੜੇ ਆ, ਮਾਨਵਤਾ ਇੱਕ ਹੈ। ਇਹ ਇੱਕ ਕਹਿ ਲਓ ਕਿ ਬਚਪਨ ਦੇ ਵਿੱਚ ਇੱਕ ਜਿਹੜਾ ਸੰਦੇਸ਼ ਉਹਨਾਂ ਨੇ ਦੇਣ ਦੀ ਜਿਹੜੀ ਹੈ ਇਹ ਕੋਸ਼ਿਸ਼ ਕੀਤੀ। ਕੋਈ ਜਾਤ ਪਾਤ ਕੋਈ ਧਰਮ ਨਹੀਂ ਹੈ, ਬਿਲਕੁਲ ਇੱਕੋ ਹੀ ਹੈ, ਇੱਕੋ ਹੀ ਮਾਨਵਤਾ, ਭਾਰਤੀ ਹਾਂ, ਬਿਲਕੁਲ। ਔਰ ਜਿਸ ਵੇਲੇ ਉਹ ਸਕੂਲ ਦੇ ਵਿੱਚ ਪੜ੍ਹਾਈ ਕਰਦੇ ਆ ਔਰ ਉਸ ਵੇਲੇ ਬਹੁਤ ਵੱਡੇ ਚੈਲੰਜਸ ਉਹਨਾਂ ਸਾਹਮਣੇ ਆਉਂਦੇ ਆ ਜੀ। ਕਿਤਾਬਾਂ ਖਰੀਦਣ ਨੂੰ ਪੈਸੇ ਨਹੀਂ ਹੈ, ਡਰੈਸ ਵਾਸਤੇ ਪੈਸੇ ਨਹੀਂ ਹੈ ਔਰ ਪੜ੍ਹਾਈ ਕਿਸ ਤਰ੍ਹਾਂ ਕਰਨੀ ਹੈ, ਇੱਕ ਬਹੁਤ ਵੱਡਾ ਚੈਲੰਜ ਹੈ ਔਰ ਇਹਨੂੰ ਉਹ ਮਿਹਨਤ ਦੇ ਨਾਲ ਪੂਰਾ ਕਰਦੇ ਆ ਜੀ। ਆਪਣੇ ਦੋਸਤਾਂ ਦੀ ਸਹਾਇਤਾ ਦੇ ਨਾਲ, ਆਪਣੇ ਜਿਹੜੇ ਅਧਿਆਪਕ ਹੈ ਉਹਨਾਂ ਦੀ ਸਹਾਇਤਾ ਦੇ ਨਾਲ ਆਪਣੀ ਪੜ੍ਹਾਈ ਨੂੰ ਜਾਰੀ ਰੱਖਦੇ ਆ ਔਰ ਇੱਕ ਵਿਦਿਆਰਥੀ ਦੇ ਨਾਲ ਅਧਿਆਪਕ ਦੀ ਵੀ ਭੂਮਿਕਾ ਨਿਭਾਉਂਦੇ ਆ। ਆਪਣੇ ਦੋਸਤਾਂ ਨੂੰ ਪੜ੍ਹਾਉਂਦੇ ਆ, ਉਹਨਾਂ ਦੀਆਂ ਕਿਤਾਬਾਂ ਨੂੰ ਯੂਜ਼ ਕਰਦੇ ਆ, ਉਹਨਾਂ ਦੀਆਂ ਕਿਤਾਬਾਂ ਲੈ ਕੇ ਉਹਨਾਂ ਦੀ ਸਹਾਇਤਾ ਦੇ ਨਾਲ ਪੜ੍ਹਦੇ ਆ ਔਰ ਆਪਣੇ ਦੋਸਤਾਂ ਦੀ ਮਦਦ ਕਰਦੇ ਆ ਪੜ੍ਹਾਈ ਦੇ ਵਿੱਚ। ਔਰ ਇੱਕ ਤਰ੍ਹਾਂ ਨਾਲ ਦੋਹਰੀ ਭੂਮਿਕਾ ਨਿਭਾਉਂਦੇ ਆ। ਛਾਤਰ ਹੋਣ ਦੇ ਨਾਲ ਉਹ ਵਿਦਿਆਰਥੀ ਹੋਣ ਦੇ ਨਾਲ ਉਹ ਅਧਿਆਪਕ ਦੀ ਵੀ ਭੂਮਿਕਾ ਨਿਭਾਉਂਦੇ, ਆਪਣੇ ਦੋਸਤਾਂ ਦੀ ਮਦਦ ਕਰਦੇ ਕਿ ਇਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਸਮਝ ਸਕਦੇ ਹੋ, ਇਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਪੜ੍ਹ ਸਕਦੇ ਹੋ। ਇਹ ਪੜ੍ਹਾਈ ਕੰਟੀਨਿਊ ਰਹਿੰਦੀ ਹੈ ਔਰ ਉਹ 10ਵੀਂ ਕਲਾਸ ਦੇ ਵਿੱਚ ਪਹੁੰਚ ਜਾਂਦੇ ਆ। ਇੱਥੇ ਆ ਕੇ ਇੱਕ ਸਾਨੂੰ ਦੇਖਣ ਨੂੰ ਮਿਲਦੀਆਂ 2 ਇੰਸੀਡੈਂਟ ਇੱਥੇ ਹੁੰਦੇ ਆ ਜੀ। ਜਿਸ ਵੇਲੇ ਉਹ ਆਪਣੀ 10th ਕਲਾਸ ਦੇ ਵਿੱਚ ਪਹੁੰਚਦੇ ਆ, ਪਹਿਲਾ ਇੰਸੀਡੈਂਟ ਦੇਖਣ ਨੂੰ ਮਿਲਦਾ ਹੈ ਕਿ ਬਾਲ ਗੰਗਾਧਰ ਤਿਲਕ ਦਾ ਵਿਜ਼ਿਟ ਹੁੰਦਾ ਹੈ ਬਨਾਰਸ ਦੇ ਵਿੱਚ ਔਰ ਇਹਨਾਂ ਨੇ ਬਾਲ ਗੰਗਾਧਰ ਤਿਲਕ ਦਾ ਜਿਹੜਾ ਫਸਟ ਟਾਈਮ ਉਹਨਾਂ ਦੇ ਦਰਸ਼ਨ ਕਰਦੇ ਆ ਔਰ ਉਹਨਾਂ ਦਾ ਜਿਹੜਾ ਭਾਸ਼ਣ ਜਿਹੜਾ ਉਹ ਦਿੰਦੇ ਆ ਉਹਨੂੰ ਸੁਣਦੇ ਆ ਔਰ ਅੰਦਰ ਜਿਹੜਾ ਇੱਕ ਬਲਬਲਾ ਦੇਸ਼ ਦੀ ਆਜ਼ਾਦੀ ਦਾ ਸੀਗਾ ਉਹ ਹੋਰ ਜ਼ਿਆਦਾ ਮਜ਼ਬੂਤ ਹੋਣਾ ਸ਼ੁਰੂ ਹੋ ਜਾਂਦਾ। ਇਸ ਤੋਂ ਬਾਅਦ 1920-1921 ਦੇ ਵਿੱਚ ਇੱਕ ਵਿਜ਼ਿਟ ਹੁੰਦਾ ਹੈ ਮਹਾਤਮਾ ਗਾਂਧੀ ਜੀ ਦਾ, ਕਿਉਂਕਿ 1920 ਦੇ ਵਿੱਚ ਹੀ ਮਹਾਤਮਾ ਗਾਂਧੀ ਜੀ ਅਸਹਿਯੋਗ ਅੰਦੋਲਨ ਸ਼ੁਰੂ ਕਰਦੇ ਆ ਜੀ। ਨਾਨ ਕੋਆਪਰੇਸ਼ਨ ਮੂਵਮੈਂਟ ਜਿਹੜੀ ਹੈ ਉਹ ਸ਼ੁਰੂ ਕਰਦੇ ਆ ਔਰ ਉਹਨਾਂ ਦਾ ਵਾਰਾਣਸੀ ਦੇ ਵਿੱਚ ਇੱਕ ਵਿਜ਼ਿਟ ਹੁੰਦਾ ਹੈ ਹਾਂਜੀ, ਜਿਸ ਨੂੰ ਲਾਲ ਬਹਾਦੁਰ ਸ਼ਾਸਤਰੀ ਜੀ ਪੂਰੀ ਤਰ੍ਹਾਂ ਦੇ ਨਾਲ ਸਮਰਪਿਤ ਹੈ ਔਰ ਸੁਣਦੇ ਆ ਉਸ ਔਰ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਸਮਰਪਿਤ ਕਰ ਦਿੰਦੇ ਆ ਦੇਸ਼ ਦੀ ਆਜ਼ਾਦੀ ਦੇ ਲਈ ਜੀ। ਔਰ ਇੱਕ ਟਰਨਿੰਗ ਪੁਆਇੰਟ ਹੈ ਉਹਨਾਂ ਦੀ ਲਾਈਫ ਦਾ, ਕਿਉਂਕਿ ਜਿਹੜਾ 1920 ਦਾ ਅਸੀਂ ਅਸਹਿਯੋਗ ਅੰਦੋਲਨ ਦੇਖਦੇ ਹਾਂ ਇਹ ਪਹਿਲਾ ਇੱਕ ਰਾਸ਼ਟਰੀ ਸਤਰ ਤੇ ਚਲਾਇਆ ਗਿਆ ਅੰਦੋਲਨ ਸੀ ਮਹਾਤਮਾ ਗਾਂਧੀ ਜੀ ਦੁਆਰਾ। ਇਸ ਤੋਂ ਪਹਿਲਾਂ ਕੁਝ ਅੰਦੋਲਨ ਚੱਲੇ ਜਿਹੜੇ ਕਿ ਖੇਤਰੀ ਸਤਰ ਤੱਕ ਚੱਲੇ ਆ, ਲੇਕਿਨ ਰਾਸ਼ਟਰੀ ਪੱਧਰ ਤੇ ਅਗਰ ਅਸੀਂ ਦੇਖੀਏ ਮਹਾਤਮਾ ਗਾਂਧੀ ਜੀ ਦੁਆਰਾ ਚਲਾਇਆ ਗਿਆ ਇਹ ਪਹਿਲਾ ਅੰਦੋਲਨ ਸੀ ਜਿਹੜਾ ਕਿ ਦੇਸ਼ ਦੇ ਪੂਰੇ ਦੇਸ਼ ਦੇ ਵਿੱਚ ਹਰ ਇੱਕ ਕੋਨੇ ਦੇ ਵਿੱਚ ਫੈਲ ਗਿਆ ਸੀ ਜੀ। ਔਰ ਵਾਰਾਣਸੀ ਦੇ ਵਿੱਚ ਜਿਸ ਵੇਲੇ ਗਾਂਧੀ ਜੀ ਦੇ ਨਾਲ
ਲਾਲ ਬਹਾਦਰ ਸ਼ਾਸਤਰੀ ਜੀ ਮਿਲਦੇ ਆ, ਉਹਨਾਂ ਨਾਲ ਇੰਟਰੈਕਟ ਕਰਦੇ ਆ, ਤਾਂ ਗਾਂਧੀ ਜੀ ਕਾਲ ਦਿੰਦੇ ਆ ਕਿ ਮੈਨੂੰ ਦੇਸ਼ ਦੇ ਲਈ ਤਿਆਗ ਕਰਨ ਵਾਲੇ, ਦੇਸ਼ ਦੇ ਲਈ ਸਮਰਪਣ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਹੈ। ਤਾਂ ਲਾਲ ਬਹਾਦਰ ਸ਼ਾਸਤਰੀ ਜੀ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੇ ਆ ਜੀ। ਔਰ ਇਸ ਅੰਦੋਲਨ ਦੇ ਵਿੱਚ ਦੋ ਪੱਖ ਸੀ ਕਿ ਅਸੀਂ ਸਵਦੇਸ਼ੀ ਨੂੰ ਅਡਾਪਟ ਕਰਨਾ ਹੈ ਔਰ ਵਿਦੇਸ਼ੀ ਦਾ ਤਿਆਗ ਕਰਨਾ ਹੈ ਜੀ। ਬਹੁਤ ਸਾਰੇ ਲੋਕਾਂ ਨੇ ਵਿਦੇਸ਼ੀ ਕੱਪੜੇ ਜਿਹੜੇ ਹੈ ਉਹਨਾਂ ਦੀ ਹੋਲੀ ਜਲਾਈ, ਵਿਦੇਸ਼ੀ ਵਸਤੂਆਂ ਦਾ ਤਿਆਗ ਕਰ ਦਿੱਤਾ, ਦੇਸ਼ ਦੀਆਂ ਬਣੀਆਂ ਚੀਜ਼ਾਂ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ, ਵਿਦੇਸ਼ੀ ਅਦਾਲਤਾਂ ਨੂੰ, ਵਿਦੇਸ਼ੀ ਦਫ਼ਤਰਾਂ ਨੂੰ, ਵਿਦੇਸ਼ੀ ਸੰਸਥਾਵਾਂ ਨੂੰ, ਵਿਦੇਸ਼ੀ ਸਕੂਲਾਂ ਨੂੰ, ਕਾਲਜਾਂ ਨੂੰ ਛੱਡ ਦਿੱਤਾ। ਇਸੇ ਕੜੀ ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਜੀ ਜਿਹੜੇ ਆਪਣਾ ਅੰਗਰੇਜ਼ੀ ਦੀ ਪੜ੍ਹਾਈ ਸੀਗੀ ਉਹਨੂੰ ਤਿਆਗ ਦਿੰਦੇ ਆ। ਅੱਛਾ ਜੀ। ਔਰ ਇੱਕ ਚੀਜ਼ ਹੋਰ ਮੈਂ ਇੱਥੇ ਤੁਹਾਨੂੰ ਸਪਸ਼ਟ ਕਰਨਾ ਚਾਹੁੰਦਾ ਕਿ ਜਿਸ ਵੇਲੇ ਇਹ ਸਕੂਲ ਦੇ ਵਿੱਚ ਪੜ੍ਹਦੇ ਸੀ, ਅੰਗਰੇਜ਼ੀ ਭਾਸ਼ਾ ਦੇ ਉੱਪਰ ਇਹਨਾਂ ਦੀ ਬਹੁਤ ਕਮਾਂਡ ਸੀ। ਓਕੇ ਸਰ। ਬਹੁਤ ਸੌਫਟ ਸਪੋਕਨ ਸੀ ਔਰ ਬਹੁਤ ਕਲੀਅਰ ਇੰਗਲਿਸ਼ ਬੋਲਦੇ ਸੀ। ਜੀ ਜੀ। ਔਰ ਜਿਸ ਵੇਲੇ ਸਕੂਲ ਦੀ ਇੰਸਪੈਕਸ਼ਨ ਹੁੰਦੀ ਸੀ ਤੇ ਇਹਨਾਂ ਨੂੰ ਮਾਡਲ ਸਟੂਡੈਂਟ ਦੇ ਰੂਪ 'ਚ ਪੇਸ਼ ਕੀਤਾ ਜਾਂਦਾ ਸੀ। ਅੱਛਾ ਜੀ। ਕਿ ਇਹ ਵਿਅਕਤੀ ਹੈ ਜੀ, ਇਹ ਸਟੂਡੈਂਟ ਹੈ ਜਿਹੜਾ ਕਿ ਤੁਹਾਨੂੰ ਇੰਗਲਿਸ਼ ਦੇ ਵਿੱਚ ਜਵਾਬ ਦੇਗਾ। ਓ, ਇਸ ਤਰ੍ਹਾਂ ਦੀ ਇਹਨਾਂ ਦੇ ਅੰਗਰੇਜ਼ੀ ਲੈਂਗੁਏਜ ਤੇ ਕਮਾਂਡ ਸੀ। ਲੇਕਿਨ ਇਹ ਸਾਰਾ ਕੁਝ ਇੰਗਲਿਸ਼ ਭਾਸ਼ਾ ਨੂੰ ਤਿਆਗ ਦਿੰਦੇ ਆ, ਉਹ ਸਕੂਲ ਨੂੰ ਛੱਡ ਦਿੰਦੇ ਆ। ਓਕੇ। ਇਸ ਤੋਂ ਬਾਅਦ ਔਰ ਇਸ ਅੰਦੋਲਨ ਦੇ ਵਿੱਚ ਇਹ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ। ਗਾਂਧੀ ਜੀ ਦੇ ਆਦੇਸ਼ਾਂ ਅਨੁਸਾਰ, ਗਾਂਧੀ ਜੀ ਦੀ ਡਾਇਰੈਕਸ਼ਨ ਸੇ ਪੂਰੀ ਤਰ੍ਹਾਂ ਦੇ ਨਾਲ ਫੋਲੋ ਕਰਦੇ ਆ। ਸੱਚ ਔਰ ਅਹਿੰਸਾ ਦੇ ਦੋ ਰਸਤੇ ਜਿਹੜੇ ਗਾਂਧੀ ਜੀ ਨੇ ਦਿਖਾਏ, ਉਹਨਾਂ ਤੇ ਚੱਲਦੇ ਹੋਏ ਰਾਸ਼ਟਰੀ ਅੰਦੋਲਨ ਨੂੰ ਪੂਰੀ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੇ ਆ। ਜੀ ਜੀ। ਤੁਸੀਂ ਗੱਲ ਕੀਤੀ ਸੀ ਕਿ ਉਹਨਾਂ ਦੇ ਨਾਮ ਦੇ ਨਾਲ ਸ਼ਾਸਤਰੀ ਜਿਹੜਾ ਸ਼ਬਦ ਲੱਗਾ। ਹਾਂਜੀ। ਅਸਲ ਦੇ ਵਿੱਚ ਜਿਸ ਵੇਲੇ ਇਸ ਅੰਦੋਲਨ ਤੋਂ ਬਾਅਦ ਇਹ ਦੁਬਾਰਾ ਆਪਣੀ ਪੜ੍ਹਾਈ ਨੂੰ ਸ਼ੁਰੂ ਕਰਨ ਦੀ ਗੱਲ ਕਰਦੇ ਆ, ਉਸ ਵੇਲੇ ਇਹਨਾਂ ਦੇ ਸਾਹਮਣੇ ਇਹ ਵਿਕਲਪ ਆਉਂਦਾ ਹੈ ਕਿ ਦੁਬਾਰਾ ਸਕੂਲ ਜੁਆਇਨ ਕਰਨਾ ਹੈ, ਹਾਂਜੀ, ਜਾਂ ਕੁਝ ਹੋਰ ਕਰਨਾ ਹੈ, ਜਾਂ ਸਵਦੇਸ਼ੀ ਦੇ ਨਾਲ ਜੁੜਨਾ ਹੈ। ਉਸ ਵੇਲੇ ਇਹ ਡਿਸਾਈਡ ਕਰਦੇ ਆ ਕਿ ਕਾਸ਼ੀ ਵਿਦਿਆਪੀਠ ਵਾਰਾਣਸੀ ਦੇ ਵਿੱਚ ਕਾਸ਼ੀ ਵਿਦਿਆਪੀਠ ਹੈ, ਉਹਦੇ ਥਰੂ ਆਪਣੀ ਜਿਹੜੀ ਐਜੂਕੇਸ਼ਨ ਹੈ ਉਹਨੂੰ ਕੰਪਲੀਟ ਪੂਰਾ ਕੀਤਾ ਜਾਏ। ਔਰ ਉੱਥੇ ਇਹ 4 ਸਾਲ ਦੀ ਆਪਣੀ ਗ੍ਰੈਜੂਏਸ਼ਨ ਕਰਦੇ ਆ ਫਿਲਾਸਫੀ ਦੇ ਵਿੱਚ। ਔਰ ਉਹ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਇਹਨਾਂ ਨੂੰ ਸ਼ਾਸਤਰੀ ਦੀ ਉਪਾਧੀ ਮਿਲਦੀ ਹੈ। ਔਰ ਫਸਟ ਡਿਵੀਜ਼ਨ ਦੇ ਨਾਲ, ਫਸਟ ਡਿਗਰੀ, ਫਸਟ ਕਹਿ ਲਓ ਕਿ ਕਲਾਸ ਦੇ ਨਾਲ ਉਹ ਐਗਜ਼ਾਮੀਨੇਸ਼ਨ ਨੂੰ ਇਹ ਪਾਸ ਕਰਦੇ ਆ। ਔਰ ਕਾਸ਼ੀ ਵਿਦਿਆਪੀਠ ਦਾ ਪ੍ਰਭਾਵ ਇਹਨਾਂ ਦੇ ਜੀਵਨ 'ਤੇ ਬਹੁਤ ਜ਼ਿਆਦਾ ਹੈ। ਅਗਰ ਤੁਸੀਂ ਕਾਸ਼ੀ ਵਿਦਿਆਪੀਠ ਦਾ ਜਿਹੜਾ ਸਫ਼ਰ ਹੈ 4 ਸਾਲ ਦਾ, ਜਿਹੜਾ ਲਾਲ ਬਹਾਦਰ ਸ਼ਾਸਤਰੀ ਦਾ ਅਗਰ ਅਸੀਂ ਦੇਖੀਏ ਤੇ ਇਹਨਾਂ ਨੂੰ ਇੱਥੇ ਟੌਪ ਮੋਸਟ ਟੀਚਰ ਮਿਲਦੇ ਆ। ਖਾਸ ਕਰਕੇ ਕਾਸ਼ੀ ਵਿਦਿਆਪੀਠ ਦੀ ਅਗਰ ਅਸੀਂ ਜਦੋਂ ਗੱਲ ਕਰਦੇ ਹਾਂ ਤੇ ਇਹਨਾਂ ਦੇ ਜਿਹੜੇ ਪ੍ਰਿੰਸੀਪਲ ਹੈ ਸ਼੍ਰੀ ਭਗਵਾਨ ਦਾਸ ਜੀ, ਉਹਨਾਂ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਇਹਨਾਂ 'ਤੇ ਦੇਖਣ ਨੂੰ ਮਿਲਦਾ ਹੈ। ਅੱਛਾ ਜੀ। ਇਤਿਹਾਸਿਕ ਪ੍ਰਮਾਣ ਇਹ ਦੱਸਦੇ ਹੈ ਕਿ ਕਾਸ਼ੀ ਵਿਦਿਆਪੀਠ ਦੇ ਵਿੱਚ ਜਿੱਦਾਂ ਜਿੱਦਾਂ ਇਹਨਾਂ ਦਾ ਗਿਆਨ ਵੱਧਦਾ ਗਿਆ, ਹਾਂਜੀ, ਨਮਰਤਾ ਪਹਿਲਾਂ ਹੀ ਸੀ ਲੇਕਿਨ ਉਹ ਨਮਰਤਾ ਹੋਰ ਵੱਧਦੀ ਗਈ। ਕਹਿ ਲਓ ਕਿ ਜਿਹੜੇ ਅਸੀਂ ਆਮ ਤੌਰ 'ਤੇ ਗੱਲ ਕਹਿੰਦੇ ਹਾਂ ਕਿ ਜਿਹੜੇ ਦਰਖਤਾਂ ਦੇ ਉੱਪਰ ਫਲ ਲੱਗੇ ਹੁੰਦੇ ਆ ਉਹ ਝੁਕੇ ਹੋਏ ਹੁੰਦੇ ਆ ਜੀ। ਤਾਂ ਜਿਵੇਂ ਜਿਵੇਂ ਗਿਆਨ ਦਾ ਸੰਚਾਰ ਹੋਣਾ ਸ਼ੁਰੂ ਹੋ ਗਿਆ, ਵੱਧਦਾ ਗਿਆ ਗਿਆਨ, ਉਸੇ ਤਰ੍ਹਾਂ ਨਮਰਤਾ, ਸਰਲਤਾ ਇਹਨਾਂ ਦੇ ਜੀਵਨ 'ਚ ਵੱਧਦੀ ਗਈ। ਬਹੁਤ ਸਾਰੀਆਂ ਕਹਾਣੀਆਂ ਜੁੜੀਆਂ ਹੋਈਆਂ ਕਾਸ਼ੀ ਵਿਦਿਆਪੀਠ ਦੇ ਨਾਲ ਜੀ, ਇਹਨਾਂ ਦੇ ਜੀਵਨ ਦੇ ਨਾਲ, ਕਿ ਉੱਥੇ ਕਿਵੇਂ ਇਹ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਕੱਠੇ ਖਾਣਾ ਬਣਾਉਂਦੇ ਸੀ। ਇੱਕ ਦਿਨ ਰੱਖਿਆ ਜਾਂਦਾ ਸੀ ਜਿਸ ਦਿਨ ਟਰਨ ਆਉਂਦੀ ਸੀ ਕਿ ਤੁਸੀਂ ਅੱਜ ਤੁਸੀਂ ਦਾਲ ਬਣਾਉਣੀ ਹੈ। ਤਾਂ ਬਹੁਤ ਫੇਮਸ ਇਨਸੀਡੈਂਟਸ ਦੇਖਣ ਨੂੰ ਮਿਲਦੇ ਆ, ਪੜ੍ਹਨ ਨੂੰ ਮਿਲਦੇ ਆ ਕਿ ਇਹਨਾਂ ਦੇ ਦੋਸਤ ਅਕਸਰ ਇਹ ਕਹਿੰਦੇ ਸੀ ਕਿ ਲਾਲ ਬਹਾਦਰ ਜੀ ਜਦੋਂ ਵੀ ਦਾਲ ਬਣਾਉਂਦੇ ਆ ਉਹ ਦਾਲ ਸਭ ਤੋਂ ਸਵਾਦਿਸ਼ਟ ਹੁੰਦੀ ਹੈ। ਵਾਹ। ਤਾਂ ਇਹਨਾਂ ਦਾ ਇਹ ਮੰਨਣਾ ਸੀ ਕਿ ਜਿਹੜਾ ਵੀ ਕੰਮ ਕਰੀਏ, ਕੰਮ ਕੋਈ ਛੋਟਾ ਨਹੀਂ, ਲੇਕਿਨ ਉਹ ਨਿਸ਼ਠਾ ਦੇ ਨਾਲ, ਤਿਆਗ ਦੇ ਨਾਲ, ਸਮਰਪਣ ਦੇ ਨਾਲ ਉਹ ਕੰਮ ਹੋਣਾ ਚਾਹੀਦਾ। ਔਰ ਇਸੇ ਲਈ ਇਹਨਾਂ ਦੁਆਰਾ ਬਣਾਈ ਹੋਈ ਦਾਲ ਜਿਹੜੀ ਹੈ ਉਹ ਕਾਸ਼ੀ ਵਿਦਿਆਪੀਠ ਦੇ ਸਾਰੇ ਵਿਦਿਆਰਥੀ, ਸਾਰੇ ਇਹਨਾਂ ਦੇ ਜਿਹੜੇ ਦੋਸਤ ਹੈ ਉਹ ਪਸੰਦ ਕਰਦੇ ਸੀ। ਮਤਲਬ ਜੋ ਕੰਮ ਕਰੋ ਦਿਲ ਨਾਲ ਕਰੋ, ਅੰਦਰੋਂ ਕਰੋ, ਜੁੜ ਕੇ ਕਰੋ। ਬਿਲਕੁਲ ਜੀ। ਇਹ ਕਾਸ਼ੀ ਵਿਦਿਆਪੀਠ ਦੇ ਵਿੱਚ ਜਿਹੜੇ ਇਹਨਾਂ ਦੇ ਅਧਿਆਪਕ ਰਹੇ ਆ, ਸੰਪੂਰਨਾਨੰਦ ਜੀ ਹੈ, ਆਚਾਰਿਆ ਨਰਿੰਦਰ ਦੇਵ ਹੈ, ਉਹਨਾਂ ਦੇ ਕੋਲੋਂ ਇਹਨਾਂ ਨੇ ਬਹੁਤ ਕੁਝ ਸਿੱਖਿਆ ਜੀ। ਔਰ ਥਰੂ ਆਊਟ ਸਿਰਫ ਇਹਨਾਂ ਨੇ ਧਾਰਨ ਹੀ ਨਹੀਂ ਕੀਤਾ, ਔਰ ਉਹਨਾਂ ਸਿਧਾਂਤਾਂ ਦੇ ਆਧਾਰ 'ਤੇ ਇਹਨਾਂ ਨੇ ਆਪਣਾ ਜੀਵਨ ਜਿਹੜਾ ਉਹਨੂੰ ਅੱਗੇ ਚਲਾਇਆ। ਔਰ ਉੱਥੋਂ ਇਹਨਾਂ ਨੂੰ ਜਿਹੜਾ ਇਹ ਸ਼ਾਸਤਰੀ ਦੀ ਜਿਹੜੀ ਉਪਾਧੀ ਮਿਲੀ ਹੈ, ਔਰ ਇਹਨਾਂ ਦਾ ਜਿਹੜਾ ਨਾਮ ਹੈ ਉਹਦੇ ਨਾਲ ਸ਼ਾਸਤਰੀ ਜੀ ਲੱਗਾ। ਔਰ ਲੋਕਪ੍ਰਿਯ ਰੂਪ ਦੇ ਨਾਲ ਅਗਰ ਅਸੀਂ ਦੇਖੀਏ ਤੇ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਸ਼ਾਸਤਰੀ ਜੀ ਹੀ ਕਿਹਾ ਜਾਂਦਾ ਹੈ। ਔਰ ਇਹ ਇਹਨਾਂ ਨੇ ਅਰਨ ਕੀਤਾ ਆਪਣੀ ਮਿਹਨਤ ਦੇ ਨਾਲ, ਆਪਣੀ ਤਪੱਸਿਆ ਦੇ ਨਾਲ, ਆਪਣੇ ਤਿਆਗ ਦੇ ਨਾਲ ਇਹਨਾਂ ਨੇ ਹਾਸਲ ਕੀਤਾ। ਔਰ ਮੇਰੇ ਪਸੰਦੀਦਾ ਪ੍ਰਧਾਨ ਮੰਤਰੀ ਵੀ ਰਹੇ। ਬਿਲਕੁਲ ਜੀ। ਖੈਰ ਆਪਾਂ ਉਹਨਾਂ ਦੇ ਜੀਵਨ ਦੇ ਉੱਤੇ ਆਉਂਦੇ ਆ ਜੀ। ਇਹਨਾਂ ਦੇ ਪਰਿਵਾਰ ਦੇ ਬਾਕੀ ਸਦੱਸ ਕੌਣ-ਕੌਣ, ਕਿਉਂਕਿ ਮਾਤਾ ਜੀ ਨੇ ਬੜੀਆਂ ਮੁਸ਼ਕਿਲਾਂ ਨਾਲ ਇਹਨਾਂ ਨੂੰ ਪਾਲਿਆ, ਵੱਡਾ ਕੀਤਾ ਜੀ। ਹੋਰ ਭੈਣ ਭਰਾ ਉਹਨਾਂ ਬਾਰੇ ਵੀ ਦੱਸੋ। ਬਿਲਕੁਲ। ਜਿਸ ਵੇਲੇ ਅਸੀਂ ਇਹਨਾਂ ਦੇ ਲਾਈਫ ਬਾਰੇ ਦੇਖਦੇ ਹਾਂ, ਇਹਨਾਂ ਦਾ ਜਿਹੜਾ ਸਫ਼ਰ ਹੈ ਅੱਗੇ ਚੱਲਦਾ ਹੈ। ਔਰ ਕਿਉਂਕਿ ਮਾਤਾ ਜੀ ਜਿਹੜੇ ਹੈ ਉਹ ਆਪਣੇ ਸੁਪਨਿਆਂ ਨੂੰ
ਇਸ ਬੱਚੇ ਦੇ ਰਾਹੀਂ ਪੂਰਾ ਹੁੰਦਾ ਦੇਖਣਾ ਚਾਹੁੰਦੇ ਆ। ਵਾਹ। ਉਹਨਾਂ ਨੂੰ ਲੱਗਦਾ ਹੈ ਕਿ ਮੇਰਾ ਇਹ ਜਿਹੜਾ ਬੱਚਾ ਹੈ ਇਹ ਮੇਰੇ ਸੁਪਨਿਆਂ ਨੂੰ ਪੂਰਾ ਕਰੇਗਾ, ਇਹ ਪਰਿਵਾਰ ਨੂੰ, ਸਮਾਜ ਨੂੰ ਤੇ ਦੇਸ਼ ਨੂੰ ਅੱਗੇ ਲੈ ਕੇ ਜਾਏਗਾ ਜੀ। ਇਹ ਕਹਿ ਲਓ ਕਿ ਉਸ ਬੱਚੇ ਨੇ ਇਸ ਜ਼ਰੂਰਤ ਨੂੰ, ਇਸ ਸੁਪਨੇ ਨੂੰ ਆਪਣੇ ਲਾਈਫ ਦਾ ਉਦੇਸ਼ ਬਣਾ ਲਿਆ। ਹਾਂ, ਆਪਣੇ ਭੈਣਾਂ ਨੂੰ, ਆਪਣੇ ਭਰਾਵਾਂ ਨੂੰ ਨਾਲ ਲੈ ਕੇ ਚੱਲਣਾ, ਸਮਾਜ ਨੂੰ ਨਾਲ ਲੈ ਕੇ ਚੱਲਣਾ, ਇਹ ਇੱਕ ਤਰ੍ਹਾਂ ਨਾਲ ਇੱਕ ਕੁਆਲਿਟੀ ਸੀ ਜਿਹੜੀ ਕਿ ਅਸੀਂ ਲਾਲ ਬਹਾਦੁਰ ਸ਼ਾਸਤਰੀ ਦੇ ਜੀਵਨ ਵਿੱਚ ਦੇਖਦੇ ਹਾਂ। ਜਿੰਨੇ ਵੀ ਲੋਕ ਉਹਨਾਂ ਦੇ ਸੰਪਰਕ ਵਿੱਚ ਆਏ ਜੀ, ਜਿੰਨੇ ਵੀ ਲੋਕ ਉਹਨਾਂ ਦੇ ਸੰਪਰਕ ਵਿੱਚ ਆਏ, ਉਹ ਕਦੀ ਵੀ ਉਹਨਾਂ ਤੋਂ ਵੱਖਰੇ ਹੋ ਕੇ ਨਹੀਂ ਰਹਿ ਸਕੇ। ਬਿਲਕੁਲ ਸਿੰਪਲ ਜੀਵਨ ਹੈ। ਔਰ ਅੱਗੇ ਜਾ ਕੇ ਜਿਸ ਵੇਲੇ ਅਸੀਂ ਦੇਖਦੇ ਹਾਂ, ਜਦੋਂ ਆਪਣੀ ਉਹ 4 ਸਾਲ ਦੀ ਐਜੂਕੇਸ਼ਨ ਨੂੰ ਕੰਪਲੀਟ ਕਰ ਲੈਂਦੇ ਆ, ਤਾਂ ਮਾਤਾ ਜੀ ਦੇ ਕਹਿਣ 'ਤੇ ਉਹ ਫਿਰ ਸ਼ਾਦੀ ਦੇ ਬੰਧਨ 'ਚ ਬੰਨ੍ਹਦੇ ਆ। ਇੱਥੇ ਵੀ ਅਗਰ ਅਸੀਂ ਦੇਖੀਏ ਤਾਂ 16 ਮਈ 1928 ਨੂੰ ਉਹਨਾਂ ਦੀ ਮੈਰਿਜ ਜਿਹੜੀ ਹੁੰਦੀ ਹੈ ਜੀ। ਔਰ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਲਲਿਤਾ ਜੀ, ਜਿਨ੍ਹਾਂ ਦੇ ਨਾਲ ਉਹਨਾਂ ਦੀ ਸ਼ਾਦੀ ਹੁੰਦੀ ਹੈ, ਉਹ ਵੀ ਮਤਲਬ ਕਹਿ ਲਓ ਕਿ ਪੂਰੀ ਤਰ੍ਹਾਂ ਨਾਲ ਇਹਨਾਂ ਦਾ ਸਾਥ ਉਹਨਾਂ ਨੇ ਨਿਭਾਇਆ। ਔਰ ਇੱਥੇ ਇੱਕ ਇਨਸੀਡੈਂਟ ਆਉਂਦਾ ਹੈ ਕਿ ਮੈਰਿਜ ਦੇ ਵਿੱਚ ਇਹਨਾਂ ਨੂੰ ਇੱਕ ਚਰਖਾ ਦਿੱਤਾ ਜਾਂਦਾ ਹੈ ਔਰ ਕੁਝ ਖਾਦੀ ਦੇ ਕੱਪੜੇ ਦਿੱਤੇ ਜਾਂਦੇ ਆ ਜੀ। ਪ੍ਰਥਾ ਸੀਗੀ ਉਸ ਸਮੇਂ ਦਹੇਜ ਦੀ, ਲੇਕਿਨ ਇਹਨਾਂ ਨੇ ਜਿਸ ਵੇਲੇ ਦਹੇਜ ਨੂੰ ਡਿਨਾਈ ਕੀਤਾ, ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਰੈਵੋਲੂਸ਼ਨਰੀ ਸਟੈਪ ਸੀ। ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਉਸ ਸਮੇਂ ਇਸ ਤਰ੍ਹਾਂ ਵੀ ਹੋ ਸਕਦਾ ਹੈ। ਔਰ ਇੱਕ ਚਰਖਾ ਔਰ ਕੁਝ ਖਾਦੀ ਦੇ ਕੱਪੜੇ ਲਏ ਔਰ ਇਹਨਾਂ ਨੇ ਸਮਾਜ ਦੇ ਵਿੱਚ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਆਹ ਜੀਵਨ ਹੁੰਦਾ ਹੈ, ਸਾਦਾ, ਇਹ ਸਾਦਾ ਜੀਵਨ ਹੈ। ਔਰ ਧਰਮ ਪਤਨੀ ਨੇ ਵੀ ਪੂਰੀ ਤਰ੍ਹਾਂ ਦੇ ਨਾਲ ਸਾਥ ਨਿਭਾਇਆ, ਚਾਹੇ ਉਹ ਘਰ ਦੇ ਵਿੱਚ ਮਾਤਾ ਜੀ ਦੇ ਨਾਲ ਸਮੇਂ ਬਿਤਾਉਂਦੇ ਸੀ, ਕਿਉਂਕਿ ਇਹਨਾਂ ਦਾ ਇਸ ਤੋਂ ਬਾਅਦ ਜਿਹੜਾ ਰਾਜਨੀਤਿਕ ਸਫ਼ਰ ਹੈ, ਅਗਰ ਅਸੀਂ ਦੇਖੀਏ ਤਾਂ ਰਾਸ਼ਟਰੀ ਅੰਦੋਲਨ 'ਚ ਇਹਨਾਂ ਦਾ ਟਾਈਮ ਜਿਹੜਾ ਹੈ ਉੱਧਰ ਜਾਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਇਸੇ ਪੀਰੀਅਡ ਦੇ ਦੌਰਾਨ ਇਹ ਸਰਵੈਂਟ ਆਫ ਇੰਡੀਆ ਸੁਸਾਇਟੀ ਨੂੰ ਜੁਆਇਨ ਕਰ ਲੈਂਦੇ ਆ। ਸਰਵੈਂਟ ਆਫ ਇੰਡੀਆ ਸੁਸਾਇਟੀ ਬੇਸਿਕਲੀ ਰਾਸ਼ਟਰੀ ਅੰਦੋਲਨ ਦੇ ਵਿੱਚ ਇੱਕ ਮੁੱਖ ਭੂਮਿਕਾ ਨਿਭਾਉਣ ਵਾਲੀ ਸੁਸਾਇਟੀ ਹੋਈ ਹੈ ਜੀ। ਔਰ ਇਹਨੂੰ ਬਣਾਇਆ ਤਾਂ 1905 ਦੇ ਵਿੱਚ ਗਿਆ ਸੀਗਾ ਹਾਂਜੀ, ਗੋਪਾਲ ਕ੍ਰਿਸ਼ਨ ਗੋਖਲੇ ਜੀ ਦੁਆਰਾ। ਔਰ ਇਹਦੀਆਂ ਬ੍ਰਾਂਚਿਸ ਜਿਹੜੀਆਂ ਪੂਰੇ ਦੇਸ਼ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀਆਂ। ਓਕੇ। ਔਰ ਲਾਲਾ ਲਾਜਪਤ ਰਾਏ ਜੀ ਦੇ ਪ੍ਰਭਾਵ ਅਧੀਨ ਲਾਲ ਬਹਾਦੁਰ ਸ਼ਾਸਤਰੀ ਜੀ ਇਸ ਸੁਸਾਇਟੀ ਦੇ ਨਾਲ ਜੁੜਦੇ ਆ। ਕਿਉਂਕਿ ਜਿਹੜੀ ਅਸੀਂ ਤਿਕੜੀ ਦੇਖਦੇ ਹਾਂ ਲਾਲ ਪਾਲ ਬਾਲ ਦੀ, ਉਸ ਤਿਕੜੀ ਦਾ ਪ੍ਰਭਾਵ ਵੀ ਇਹਨਾਂ ਤੇ ਦੇਖਣ ਨੂੰ ਮਿਲਦਾ ਹੈ। ਗਰਮ ਦਲ ਦਾ ਵੀ ਹੈ ਔਰ ਨਾਲ ਗਾਂਧੀ ਜੀ ਦਾ ਵੀ ਹੈ। ਬਿਲਕੁਲ, ਦੋਵੇਂ ਚੀਜ਼ਾਂ। ਬਿਲਕੁਲ, ਉਸ ਤਿਕੜੀ ਦੇ ਵਿੱਚੋਂ ਲਾਲਾ ਲਾਜਪਤ ਰਾਏ ਜੀ ਦੇ ਪ੍ਰਭਾਵ ਅਧੀਨ ਇਹ ਸਰਵੈਂਟ ਆਫ ਇੰਡੀਆ ਸੁਸਾਇਟੀ ਨਾਲ ਜੁੜਦੇ ਆ। ਇਸ ਸੁਸਾਇਟੀ ਦਾ ਬੇਸਿਕਲੀ ਜਿਹੜੀ ਸਰਵੈਂਟ ਆਫ ਇੰਡੀਆ ਸੁਸਾਇਟੀ ਹੈ, ਇਹਦੇ ਵਿੱਚ ਲਾਈਫ ਮੈਂਬਰਸ਼ਿਪ ਹੈ। ਅੱਛਾ ਜੀ। ਔਰ ਇਹ ਉਹਦੇ ਪੂਰੀ ਤਰ੍ਹਾਂ ਦੇ ਨਾਲ ਲਾਈਫ ਮੈਂਬਰਸ਼ਿਪ ਲੈ ਲੈਂਦੇ ਆ, ਪੂਰੀ ਤਰ੍ਹਾਂ ਦੇ ਨਾਲ ਆਪਣਾ ਜੀਵਨ ਜਿਹੜਾ ਸਰਵੈਂਟ ਆਫ ਇੰਡੀਆ ਸੁਸਾਇਟੀ ਨੂੰ ਸਮਰਪਿਤ ਕਰ ਦਿੰਦੇ ਆ, ਉਹਦੇ ਸਿਧਾਂਤਾਂ ਨੂੰ ਸਮਰਪਿਤ ਕਰਦੇ ਆ, ਉਹਦੇ ਕੰਮਾਂ ਨੂੰ ਸਮਰਪਿਤ ਕਰਦੇ ਆ। ਇਹਦਾ ਮਤਲਬ ਕੀ ਹੈ ਕਿ ਉਹ ਭਾਰਤ ਦੇ ਪ੍ਰਤੀ, ਭਾਰਤ ਦੀ ਜਿਹੜੀ ਸੰਸਕ੍ਰਿਤੀ ਹੈ, ਭਾਰਤ ਦੀ ਜਿਹੜੀ ਸੱਭਿਅਤਾ ਹੈ, ਅਮੀਰ ਵਿਰਾਸਤ ਹੈ, ਉਹਦੇ ਬਾਰੇ ਲੋਕਾਂ ਨੂੰ ਜਾਗਰਿਤ ਕਰਨਗੇ। ਸਮਾਜ ਦੇ ਵਿੱਚ ਜਿਹੜੀਆਂ ਕੁਰੀਤੀਆਂ ਫੈਲੀਆਂ ਹੋਈਆਂ ਉਹਨਾਂ ਨੂੰ ਦੂਰ ਕਰਨ ਦਾ ਪ੍ਰਯਾਸ ਕਰਨਗੇ। ਔਰ ਇਹ ਪੂਰੀ ਤਰ੍ਹਾਂ ਦੇ ਨਾਲ ਸਮਰਪਣ ਹੋਏਗਾ। ਔਰ ਇਹਦੀ ਇੱਕ ਫਿਕਸ ਪੇਮੈਂਟ ਜਿਹੜੀ ਹੈ, ਮੰਥਲੀ ਜਿਹੜੀ ਸੈਲਰੀ ਹੈ, ਉਹ ਪੇ ਕੀਤੀ ਜਾਂਦੀ ਹੈ, ਜਿਹਦੇ ਨਾਲ ਆਪਣੇ ਉਹ ਘਰ ਦਾ ਜਿਹੜਾ ਆਰਥਿਕ ਜ਼ਰੂਰਤਾਂ ਹੈ ਉਹਨਾਂ ਨੂੰ ਪੂਰਾ ਕਰਦੇ ਆ। ਤੋ ਇਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਸਮਰਪਿਤ ਕੀਤਾ ਸਰਵੈਂਟ ਆਫ ਇੰਡੀਆ ਸੁਸਾਇਟੀ ਦੇ ਥਰੂ ਰਾਸ਼ਟਰੀ ਅੰਦੋਲਨ। ਇੱਕ ਚੀਜ਼ ਮੇਰੀ ਸਟੱਡੀ 'ਚ ਆਈ ਸੀ, ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਜੀ। ਜਦੋਂ ਇਹ ਜੇਲ੍ਹ ਵਿੱਚ ਨੇ ਇਸ ਅੰਦੋਲਨ ਦੇ ਦੌਰਾਨ ਤੇ ਆਪਣੇ ਘਰ ਚਿੱਠੀ ਲਿਖਦੇ ਨੇ ਜੀ ਆਪਣੀ ਪਤਨੀ ਨੂੰ ਕਿ ਤੁਹਾਨੂੰ ਫੰਡ ਮਿਲਦਾ ਪਿਆ ਜਿਹੜਾ ਸਰਵੈਂਟ ਆਫ ਇੰਡੀਆ ਸੁਸਾਇਟੀ ਵੱਲੋਂ, ਕਹਿੰਦੇ ਹਾਂਜੀ 50 ਰੁਪਏ ਮਿਲਦਾ, 40 ਰੁਪਏ 'ਚ ਮੇਰਾ ਗੁਜ਼ਾਰਾ ਹੋ ਜਾਂਦਾ ਤੇ 10 ਰੁਪਏ ਮੈਂ ਬਚਾ ਲੈਂਦੀ ਹਾਂ। ਬਿਲਕੁਲ ਬਿਲਕੁਲ। ਉਹਨਾਂ ਨੇ ਸਰਵੈਂਟ ਆਫ ਇੰਡੀਆ ਸੁਸਾਇਟੀ ਨੂੰ ਲਿਖ ਕੇ ਭੇਜਿਆ ਕਿ ਮੈਨੂੰ 40 ਰੁਪਏ ਹੀ ਘਰ ਭੇਜੋ, 10 ਰੁਪਏ ਕਿਸੇ ਹੋਰ ਜ਼ਰੂਰਤਮੰਦ ਨੂੰ ਭੇਜ ਦਿਓ। ਬਿਲਕੁਲ ਇਸ ਤਰ੍ਹਾਂ ਦੇ ਇਨਸੀਡੈਂਟ ਹੈ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਔਰ ਇਹਦੇ 'ਚ ਵੀ ਆਉਂਦਾ ਹੈ ਕਿ ਜਿਹੜੇ 40 ਰੁਪਏ ਦੇ ਨਾਲ ਗੁਜ਼ਾਰਾ ਹੁੰਦਾ ਨਹੀਂ ਹੈ, ਲੇਕਿਨ ਉਹਨਾਂ ਦੀ ਵਾਈਫ ਜਿਹੜੀ ਹੈ, ਉਹਨਾਂ ਦੀ ਧਰਮ ਪਤਨੀ ਜਿਹੜੀ ਹੈ, ਉਹ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਜੋ ਵੀ ਮਿਲ ਰਿਹਾ ਅਸੀਂ ਉਹਦੇ 'ਚ ਖੁਸ਼ ਹਾਂ, ਜੋ ਵੀ ਮਿਲ ਰਿਹਾ ਉਹ ਘੱਟ ਨਹੀਂ ਹੈ। ਇਸ ਤੋਂ ਵੱਡੀ ਐਗਜ਼ਾਮਪਲ ਨਹੀਂ ਹੋ ਸਕਦੀ, ਕੋਈ ਵੱਡੀ ਉਦਾਹਰਨ ਨਹੀਂ। ਇਹ ਤਿਆਗ ਹੈ ਜਿਹੜਾ ਦੇਸ਼ ਦੇ ਪ੍ਰਤੀ ਉਹਨਾਂ ਨੇ ਕੀਤਾ। ਔਰ ਇਹਦੇ ਨਾਲ ਹੀ ਜਿਹੜਾ ਉਹਨਾਂ ਦੇ ਵਿੱਚ ਇਹ ਭਾਵਨਾ ਹੋਰ ਮਜ਼ਬੂਤ ਹੋਈ, ਆਪਣੀ ਪਤਨੀ ਦਾ ਸਾਥ ਉਹਨਾਂ ਨੂੰ ਮਿਲਿਆ ਕਿ ਹਾਂ ਅਸੀਂ ਦੇਸ਼ ਦੇ ਲਈ ਜਿਹੜਾ ਉਹ ਕੰਮ ਕਰਨਾ। ਆਪਣੀਆਂ ਜ਼ਰੂਰਤਾਂ ਤਾਂ ਹਰ ਕੋਈ ਪੂਰੀਆਂ ਕਰਦਾ। ਇਹਨੂੰ ਕਹਿੰਦੇ ਨੇ ਆਦਰਸ਼। ਬਿਲਕੁਲ, ਆਦਰਸ਼ ਪਰਿਵਾਰ ਜਾਂ ਆਦਰਸ਼ ਪਤੀ ਪਤਨੀ। ਬਿਲਕੁਲ, ਜਿਵੇਂ ਕਿਹਾ ਜਾਂਦਾ ਨਾ ਕਿ ਪਰਫੈਕਟ ਮੈਚ ਕੀ ਹੁੰਦਾ, ਆਹ ਹੈ ਪਰਫੈਕਟ ਮੈਚ। ਬਿਲਕੁਲ, ਪੂਰਾ ਸਾਥ ਜਿਹੜਾ ਉਹਨਾਂ ਨੂੰ ਮਿਲਿਆ ਆਪਣੀ ਧਰਮ ਪਤਨੀ ਦਾ। ਜੀ। ਔਰ ਲਾਈਫ ਜਿਹੜੀ ਹੈ ਇਸੇ ਤਰ੍ਹਾਂ ਇਹ ਅੱਗੇ ਵੱਧਦੀ ਗਈ ਹੈ। ਲਗਾਤਾਰ ਮੈਰਿਜ ਤੋਂ ਬਾਅਦ ਅੱਗੇ ਬੱਚੇ ਹੁੰਦੇ ਆ ਔਰ ਪਰਿਵਾਰ ਬਣਦਾ ਹੈ, ਲੇਕਿਨ ਉਹ ਆਪਣੇ ਆਪ ਨੂੰ ਰਾਸ਼ਟਰੀ ਅੰਦੋਲਨ ਨਾਲ ਜੁੜੇ ਰਹਿੰਦੇ ਆ। ਇਸੇ ਦੌਰਾਨ ਅਗਰ ਅਸੀਂ ਦੇਖੀਏ ਤਾਂ ਮਹਾਤਮਾ ਗਾਂਧੀ ਜੀ ਆਪਣਾ ਅਗਲਾ ਅੰਦੋਲਨ ਚਲਾਉਂਦੇ ਹੈ। ਪਹਿਲਾ ਤਾਂ ਅੰਦੋਲਨ ਹੁੰਦਾ ਹੈ ਨੋਨ ਕੋਆਪਰੇਸ਼ਨ, ਅਸਹਿਯੋਗ ਅੰਦੋਲਨ,
ਉਸ ਤੋਂ ਬਾਅਦ ਚਲਾਉਂਦੇ ਸਿਵਲ ਡਿਸਓਬੀਡੀਐਂਸ ਮੂਵਮੈਂਟ, ਨਾ ਫਰਮਾਨੀ ਅੰਦੋਲਨ, ਕਿ ਜਿਹੜੇ ਅੰਗਰੇਜ਼ਾਂ ਦੇ ਗਲਤ ਕਾਨੂੰਨ ਹੈ ਉਹਨਾਂ ਦਾ ਪਾਲਣ ਨਹੀਂ ਕੀਤਾ ਜਾਏਗਾ। ਉਹਦੇ ਵਿੱਚ ਵੀ ਲਾਲ ਬਹਾਦੁਰ ਸ਼ਾਸਤਰੀ ਜੀ ਆਪਣਾ ਯੋਗਦਾਨ ਪਾਉਂਦੇ ਆ ਔਰ ਗਾਂਧੀ ਜੀ ਦੇ ਆਦਰਸ਼ਾਂ ਦੇ ਚੱਲਦੇ ਹੋਏ ਪੂਰੀ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਸਮਰਪਿਤ ਕਰਦੇ ਆ। ਇਹਨਾਂ ਨੂੰ ਬਾਰ-ਬਾਰ ਗ੍ਰਿਫਤਾਰ ਕੀਤਾ ਗਿਆ, 9 ਸਾਲ ਤੱਕ ਇਹ ਜੇਲ੍ਹ ਦੇ ਵਿੱਚ ਰਹੇ ਜੀ। ਪੂਰਾ ਸਮਰਪਣ, ਪੂਰਾ ਤਿਆਗ ਇਹਨਾਂ ਨੇ ਦਿਖਾਇਆ ਔਰ ਜੇਲ੍ਹ ਦੇ ਵਿੱਚ ਵੀ ਅਗਰ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਇੱਕ ਆਦਰਸ਼ ਕੈਦੀ ਦੀ ਤਰ੍ਹਾਂ ਰਹੇ, ਆਦਰਸ਼ ਕੈਦੀ ਦੀ ਤਰ੍ਹਾਂ ਰਹੇ। ਬਿਲਕੁਲ ਸਹੀ ਗੱਲ। ਚਾਹੇ ਐਜ਼ ਏ ਫਾਦਰ ਭੂਮਿਕਾ ਦੇਖੀਏ, ਚਾਹੇ ਐਜ਼ ਏ ਸਨ ਡਾਟਰ ਭੂਮਿਕਾ ਦੇਖਦੇ ਪਏ ਹਾਂ, ਜਾਂ ਅਸੀਂ ਇਹਨਾਂ ਦੀ ਭੂਮਿਕਾ ਇੱਕ ਪਬਲਿਕ ਮੈਨ ਦੇ ਤੌਰ ਤੇ ਦੇਖਦੇ ਪਏ ਹਾਂ, ਸੁਪਰੀਮ ਪੋਜੀਸ਼ਨ ਐਜ਼ ਏ ਪ੍ਰਾਈਮ ਮਿਨਿਸਟਰ ਦੇਖਦੇ ਪਏ ਹਾਂ। ਜਿੱਥੇ ਵੀ ਰੋਲ ਮਿਲਿਆ, ਜੋ ਵੀ ਪਰਮਾਤਮਾ ਨੇ, ਜੋ ਵੀ ਸਮਾਜ ਨੇ ਡਿਊਟੀ ਲਗਾਈ, ਉਸ ਰੋਲ ਨੂੰ ਇਸ ਤਰ੍ਹਾਂ ਬਖੂਬੀ ਨਿਭਾਇਆ ਕਿ ਪਰਦਾ ਗਿਰ ਗਿਆ ਲੇਕਿਨ ਤਾੜੀਆਂ ਵੱਜਦੇ ਰਹੇ। ਇਸ ਤਰ੍ਹਾਂ ਦੇ ਨਾਲ ਕਿਰਦਾਰ ਜਿਹੜੇ ਆ ਦੇਖਣ ਨੂੰ ਮਿਲਦੇ ਆ। ਔਰ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਇੱਕ ਇਨਸੀਡੈਂਟ ਆਉਂਦਾ ਹੈ ਕਿ ਜੇਲ੍ਹ ਦੇ ਵਿੱਚ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਇਹਨਾਂ ਦੀ ਬੱਚੀ ਜਿਹੜੀ ਹੈ, ਬੇਟੀ ਬਿਮਾਰ ਹੈ ਜੀ ਜੀ। ਪੈਰੋਲ ਲੈ ਕੇ ਜੇਲ੍ਹ ਤੋਂ ਘਰ ਪਹੁੰਚਦੇ ਆ ਔਰ ਜਦੋਂ ਪਹੁੰਚਦੇ ਆ ਘਰ ਪਤਾ ਲੱਗਦਾ ਕਿ ਬੇਟੀ ਨਹੀਂ ਰਹੀ। ਆਪਣੇ ਜਿਹੜੇ ਰਸਮਾਂ ਸੀ ਉਹ ਪੂਰੀਆਂ ਕਰਨ ਤੋਂ ਬਾਅਦ ਅਗਲੇ ਦਿਨ ਇਹ ਵਾਪਸ ਆ ਜਾਂਦੇ ਜੇਲ੍ਹ ਦੇ ਵਿੱਚ ਔਰ ਕਿਸੇ ਚੀਜ਼ ਦੇ ਵਿੱਚ ਇਹ 1% ਵੀ ਦੇਖਣ ਨੂੰ ਨਹੀਂ ਮਿਲਦਾ ਕਿ ਇਹਨਾਂ ਨੇ ਸਵਾਰਥ ਦੇ ਲਈ ਕੋਈ ਕੰਮ ਕੀਤਾ ਹੋਵੇ। ਇਹਦੇ ਵਿੱਚ ਇੱਕ ਚੀਜ਼ ਆਉਂਦੀ ਹੈ ਕਿ ਉਹਨਾਂ ਨੂੰ ਜੋ ਪੈਰੋਲ ਮਿਲੀ ਜੀ 21 ਦਿਨ ਵਾਸਤੇ ਮਿਲੀ। ਬਿਲਕੁਲ। ਔਰ ਜੋ ਉਹਨਾਂ ਦੇ ਜੇਲਰ ਸੀਗੇ, ਜਦੋਂ ਇਹ ਵਾਪਸ ਆ ਜਾਂਦੇ ਨੇ ਆਪਣੀ ਬੇਟੀ ਦੀਆਂ ਸਾਰੀਆਂ ਰਸਮਾਂ ਅਦਾ ਕਰਕੇ, ਉਹ ਕਹਿੰਦੇ ਨੇ ਤੁਸੀਂ ਆਪਣੇ ਘਰ ਰਹਿ ਸਕਦੇ ਹੋ, 21 ਦਿਨ ਦੀ ਪੈਰੋਲ ਹੈ ਤੁਹਾਡੇ ਕੋਲ। ਉਹ ਕਹਿੰਦੇ ਨਹੀਂ, ਜੋ ਮੈਂ ਕੰਮ ਕਰਨਾ ਸੀ ਉਹ ਮੈਂ ਕੰਮ ਕਰ ਆਇਆ, ਬੇਟੀ ਵਾਸਤੇ ਗਿਆ ਸੀ, ਬੇਟੀ ਤਾਂ ਨਹੀਂ ਰਹੀ, ਬਿਲਕੁਲ ਹੁਣ ਮੈਂ ਕਿਉਂ ਪੈਰੋਲ ਤੇ ਜਾਵਾਂਗਾ, ਮੈਂ ਵਾਪਸ ਆਪਣੇ ਆਪ ਨੂੰ ਜੇਲ੍ਹ 'ਚ ਸਮਰਪਣ ਕਰਦਾ। ਇਹ ਜਿਹੜੀ ਚੀਜ਼ ਹੈ, ਜਿਹੜੀ ਪਰਸਨੈਲਿਟੀ ਹੈ, ਇੱਥੋਂ ਪਤਾ ਲੱਗਦਾ ਹੈ ਕਿ ਕਿੰਨੀ ਸੱਚਾਈ ਹੈ ਉਸ ਪਰਸਨੈਲਿਟੀ ਦੇ ਵਿੱਚ। ਔਰ ਕਿਤੇ ਵੀ ਦਵੰਦ ਨਹੀਂ ਹੈ ਲਾਈਫ ਦੇ ਵਿੱਚ, ਕੋਈ ਕਿਸੇ ਕਿਸਮ ਦਾ ਦਵੰਦ, ਦੋਹਰਾਪਨ ਦੇਖਣ ਨੂੰ ਨਹੀਂ ਮਿਲਦਾ। ਬੜੀ ਸਪਸ਼ਟ, ਸਾਫ਼ ਸੁਥਰਾ ਜੀਵਨ ਹੈ। ਜੋ ਜੀਵਨ ਉਹਨਾਂ ਨੇ ਪਬਲਿਕ ਲਾਈਫ ਦੇ ਵਿੱਚ ਬਤੀਤ ਕੀਤਾ, ਉਹੀ ਜੀਵਨ ਉਹਨਾਂ ਦਾ ਪਰਿਵਾਰਿਕ ਲਾਈਫ 'ਚ ਹੈ। ਤਾਂ ਕੋਈ ਦੋਨਾਂ ਦੇ ਵਿੱਚ ਦਵੰਦ ਨਹੀਂ ਹੈ, ਕੋਈ ਡਿਫਰੈਂਸ ਨਹੀਂ ਹੈ। ਇੱਕ ਸਵੱਛਤਾ ਜਿਹੜੀ ਹੈ, ਉਹ ਸਾਫ਼ ਜਿਹੜੀ ਹੈ, ਉਹ ਸਾਨੂੰ ਦੇਖਣ ਨੂੰ ਮਿਲਦੀ ਆ। ਜਿਸ ਵੇਲੇ ਜੇਲ੍ਹ ਦੇ ਵਿੱਚ ਰਹਿੰਦੇ ਆ, ਲਗਭਗ 9 ਸਾਲ ਦਾ ਪੀਰੀਅਡ ਹੈ ਜਿਹੜਾ ਕਿ ਅਲੱਗ-ਅਲੱਗ ਸਮੇਂ ਇਹਨਾਂ ਨੇ ਬਿਤਾਇਆ। ਟੋਟਲ ਲਗਭਗ 9 ਸਾਲ ਇਹਨਾਂ ਜੇਲ੍ਹ 'ਚ ਰਹੇ। ਤਾਂ ਜੇਲ੍ਹ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਇਹਨਾਂ ਨੇ ਆਪਣਾ ਅਧਿਐਨ ਜਾਰੀ ਰੱਖਿਆ, ਪੜ੍ਹਾਈ ਲਿਖਾਈ ਜ਼ਰੂਰੀ ਤੌਰ ਤੇ ਜਾਰੀ ਰੱਖੀ। ਔਰ ਡਾਕਟਰ ਸਾਹਿਬ, ਆਪਾਂ ਹਮੇਸ਼ਾ ਦੇਖਦੇ ਹਾਂ ਕਿ ਕਵੀਆਂ ਦਾ, ਸੰਗੀਤ ਦਾ ਹਮੇਸ਼ਾ ਯੋਗਦਾਨ ਰਿਹਾ ਹੈ ਦੇਸ਼ ਭਗਤੀ ਦੇ ਵਿੱਚ, ਕਿਉਂਕਿ ਹਮੇਸ਼ਾ ਉਤਸ਼ਾਹਿਤ ਕਰਦੀਆਂ ਨੇ ਕਵਿਤਾਵਾਂ ਦੇਸ਼ ਭਗਤੀ ਨਾਲ ਭਰਪੂਰ। ਇੱਕ ਦੇਸ਼ ਭਗਤੀ ਭਰਪੂਰ ਗੀਤ ਹੋ ਜਾਏ, ਉਸ ਤੋਂ ਬਾਅਦ ਅਸੀਂ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਦੇ ਜੀਵਨ ਬਾਰੇ ਹੋਰ ਜਾਣਾਂਗੇ ਪੂਰੇ ਵਿਸਥਾਰ ਦੇ ਵਿੱਚ। ਆਓ ਜੀ, ਦੇਸ਼ ਨੂੰ ਪ੍ਰਣਾਮ ਕਰੀਏ ਇਸ ਦੇਸ਼ ਭਗਤੀ ਦੇ ਗੀਤ ਦੇ ਨਾਲ।
ਜੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਆਜ਼ਾਦ ਭਾਰਤ ਦੇ ਦੂਸਰੇ ਪ੍ਰਧਾਨ ਮੰਤਰੀ, ਉਹਨਾਂ ਦੀ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਆਪਣੇ ਇਸ ਸ਼ੋਅ ਦੇ ਵਿੱਚ, ਗੱਲਾਂ ਤੇ ਗੀਤ ਦੇ ਵਿੱਚ, ਕਿਉਂਕਿ ਅਸੀਂ ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ਮਨਾ ਰਹੇ ਹਾਂ। ਸੋ ਸਾਡੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਡਾਕਟਰ ਦਿਨੇਸ਼ ਅਰੋੜਾ ਜੀ। ਗੱਲਬਾਤ ਕਰ ਰਹੇ ਸੀ ਅਸੀਂ ਕਿ ਜਦੋਂ ਜੇਲ੍ਹ ਵਿੱਚ ਸੀ ਬਿਲਕੁਲ ਸ਼ਾਸਤਰੀ ਜੀ, ਉਦੋਂ ਉਹਨਾਂ ਨੇ ਆਪਣੀ ਪੜ੍ਹਾਈ ਲਿਖਾਈ ਦੇ ਵਿੱਚ ਕੋਈ ਕਮੀ ਕੋਈ ਕਸਰ ਬਾਕੀ ਨਹੀਂ ਛੱਡੀ। ਜੀ ਜੀ ਦੇਖੋ, ਜੇਲ੍ਹ ਦੇ ਵਿੱਚ ਸ਼ਾਸਤਰੀ ਜੀ ਨੇ ਇੱਕ ਲੰਬਾ ਸਮੇਂ ਗੁਜ਼ਾਰਿਆ, ਅਲੱਗ-ਅਲੱਗ ਸਮੇਂ ਉਹਨਾਂ ਨੂੰ ਜਾਣ ਦਾ ਮੌਕਾ ਮਿਲਿਆ ਜੇਲ੍ਹ ਦੇ ਵਿੱਚ, ਔਰ ਆਦਰਸ਼ ਕੈਦੀ ਦੀ ਤਰ੍ਹਾਂ ਉਹ ਰਹੇ ਉੱਥੇ। ਪੜ੍ਹਾਈ ਉਹਨਾਂ ਦੀ ਜਾਰੀ ਰਹੀ ਲਗਾਤਾਰ। ਉਹਨਾਂ ਨੇ ਜਿਹੜਾ ਦਰਸ਼ਨ ਸ਼ਾਸਤਰ ਦਾ ਸਾਹਿਤ ਸੀਗਾ, ਲਿਟਰੇਚਰ ਜਿਹੜਾ ਸੀ ਫਿਲਾਸਫੀ ਦਾ, ਉਹਨੂੰ ਲਗਾਤਾਰ ਉਹਨਾਂ ਨੇ ਪੜ੍ਹਿਆ। ਅਸੀਂ ਗੱਲ ਕਰੀਏ ਕਾਂਤ, ਬਹੁਤ ਫੇਮਸ ਫਿਲਾਸਫਰ ਹੋਏ ਆ, ਹੀਗਲ, ਮਾਰਕਸ, ਲੈਨਿਨ, ਉਹਨਾਂ ਨੇ ਸਾਰਿਆਂ ਨੇ ਜਿਹੜੀ ਪੜ੍ਹਾਈ ਜਿਹੜੀ ਹੈ ਲਗਾਤਾਰ ਜਾਰੀ ਰੱਖੀ। ਸਾਰੇ ਸੋਸ਼ਲ ਸਾਇੰਟਿਸਟ ਨੇ। ਬਿਲਕੁਲ ਬਿਲਕੁਲ। ਇਹਦੇ ਨਾਲ ਦੀ ਨਾਲ ਅਗਰ ਅਸੀਂ ਦੇਖਦੇ ਹਾਂ ਤਾਂ ਮੈਰੀ ਕੁਇਰੀ ਇੱਕ ਬਹੁਤ ਵੱਡਾ ਨਾਮ ਹੈ ਸਾਇੰਸ ਦੇ ਵਿੱਚ, ਜਿਨ੍ਹਾਂ ਨੂੰ 2 ਵਾਰ ਨੋਬਲ ਪ੍ਰਾਈਜ਼ ਮਿਲਿਆ, ਇੱਕ ਕੈਮਿਸਟਰੀ ਦੇ ਵਿੱਚ ਔਰ ਇੱਕ ਫਿਜ਼ਿਕਸ ਦੇ ਵਿੱਚ। ਉਹਨਾਂ ਦੀ ਆਟੋਬਾਇਓਗ੍ਰਾਫੀ ਨੂੰ ਇਹਨਾਂ ਨੇ ਹਿੰਦੀ ਦੇ ਵਿੱਚ ਟਰਾਂਸਲੇਟ ਕੀਤਾ ਜੇਲ੍ਹ ਦੇ ਵਿੱਚ ਰਹਿੰਦਿਆਂ ਹੋਇਆਂ। ਹਾਂਜੀ। ਕਿਉਂ ਉਹਨਾਂ ਨੂੰ ਟਰਾਂਸਲੇਟ ਕੀਤਾ? ਕਿਉਂਕਿ ਅਗਰ ਅਸੀਂ ਮੈਰੀ ਕੁਇਰੀ ਦੀ ਆਟੋਬਾਇਓਗ੍ਰਾਫੀ ਦੇਖਦੇ ਹਾਂ, ਉਹਨਾਂ ਦਾ ਜੀਵਨ ਦੇਖਦੇ ਹਾਂ, ਤਾਂ ਇੱਕ ਸੰਘਰਸ਼ ਦਾ ਜੀਵਨ ਹੈ। ਹਾਂ, ਕਿੱਥੋਂ ਉਹਨਾਂ ਨੇ ਸ਼ੁਰੂ ਕੀਤਾ ਔਰ ਨੋਬਲ ਪ੍ਰਾਈਜ਼ ਤੱਕ, ਔਰ ਉਹ ਵੀ ਇੱਕ ਲੇਡੀ ਨੂੰ 2 ਵਾਰ ਨੋਬਲ ਪ੍ਰਾਈਜ਼ ਮਿਲ ਰਿਹਾ, ਇੱਕ ਵਾਰ ਫਿਜ਼ਿਕਸ ਔਰ ਇੱਕ ਵਾਰ ਕੈਮਿਸਟਰੀ 'ਚ। ਤਾਂ ਇਹ ਕਹਿ ਲਓ ਕਿ ਇੱਕ ਜੀਵਨ ਉਹਨਾਂ ਨੂੰ ਇੱਦਾਂ ਦਾ ਲੱਗਾ ਕਿ ਜਿਹੜਾ ਸੰਘਰਸ਼ ਦੇ ਨਾਲ ਸ਼ੁਰੂ ਹੁੰਦਾ ਹੈ, ਔਰ ਮਤਲਬ ਉਸ ਜੀਵਨ ਦੇ ਵਿੱਚ ਕੋਈ ਉਮੀਦ ਹੀ ਨਹੀਂ ਕਰ ਸਕਦਾ ਸੀ ਕਿ ਇਹ ਪੜ੍ਹਿਆ ਵੀ ਜਾ ਸਕਦਾ ਹੈ, ਔਰ ਉਹਨਾਂ ਨੇ ਜਿਹੜੇ ਸਰਵੋੱਚ ਪ੍ਰਾਈਜ਼ ਹੈ ਵਿਗਿਆਨ ਦੇ ਵਿੱਚ ਉਹ ਹਾਸਲ ਕੀਤੇ। ਔਰ ਉਹਨਾਂ ਦੀ ਆਟੋਬਾਇਓਗ੍ਰਾਫੀ ਜਿਹੜੀ ਹੈ ਉਹਨੂੰ ਇਹਨਾਂ ਨੇ ਟਰਾਂਸਲੇਟ ਕੀਤਾ, ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਇੱਦਾਂ ਦਾ ਜੀਵਨ ਬਣ ਸਕਦਾ ਹੈ। ਤੁਹਾਨੂੰ ਆਪਣੇ ਸਿਧਾਂਤ ਜਿਹੜੇ ਹੈ ਉਹ ਬਣਾਉਣੇ ਪੈਣਗੇ ਔਰ ਆਪਣੀ ਲਾਈਫ ਨੂੰ ਉਹਨਾਂ ਸਿਧਾਂਤਾਂ 'ਤੇ ਚਲਾਉਣਾ ਪਏਗਾ ਜੀ। ਤਾਂ ਜੇਲ੍ਹ ਦੇ ਵਿੱਚ ਰਹਿੰਦਿਆਂ ਹੋਇਆਂ ਲਗਾਤਾਰ ਇਹਨਾਂ ਨੇ ਆਪਣਾ ਜਿਹੜਾ ਅਧਿਐਨ ਦਾ ਕੰਮ ਸੀ ਉਹਨੂੰ ਜਾਰੀ ਰੱਖਿਆ। ਔਰ ਅਗਰ ਅਸੀਂ ਇਹ ਦੇਖਦੇ ਹਾਂ ਕਿ ਇਸ ਤੋਂ ਬਾਅਦ ਜਿਹੜੇ ਗਾਂਧੀ ਜੀ ਦੇ ਹੋਰ ਅੰਦੋਲਨ ਚੱਲਦੇ ਆ, ਚਾਹੇ ਉਹ ਵਿਅਕਤੀਗਤ ਸੱਤਿਆਗ੍ਰਹਿ ਦੀ ਗੱਲ ਕਰਦੇ ਆ ਜਾਂ 1942 ਦੇ ਵਿੱਚ ਕੁਇਟ ਇੰਡੀਆ ਭਾਰਤ ਛੱਡੋ ਦੀ ਗੱਲ ਅਸੀਂ ਕਰਦੇ ਹਾਂ, ਉਹਨਾਂ ਦੇ ਵਿੱਚ ਵੀ ਲਗਾਤਾਰ ਸਾਨੂੰ ਇਹਨਾਂ ਦੀ ਪਾਰਟੀਸਪੇਸ਼ਨ ਜਿਹੜੀ ਉਹ ਦੇਖਣ ਨੂੰ ਮਿਲਦੀ ਆ। ਹਾਂਜੀ। ਔਰ ਜਿਸ ਵੇਲੇ ਇਹ ਇਲਾਹਾਬਾਦ ਦੇ ਵਿੱਚ ਰਹਿੰਦੇ ਆ ਔਰ ਉੱਥੇ ਸਰਵੈਂਟ ਆਫ ਇੰਡੀਆ ਸੁਸਾਇਟੀ ਦੇ ਨਾਲ ਜੁੜਦੇ ਆ, ਸ਼ਹਿਰ ਦੇ ਵਿੱਚ ਇਹਨਾਂ ਦੀ ਲੋਕਪ੍ਰਿਯਤਾ ਵੱਧਦੀ ਆ, ਲੋਕ ਇਹਨਾਂ ਦੇ ਨਾਲ ਜੁੜਨੇ ਸ਼ੁਰੂ ਹੁੰਦੇ ਆ, ਔਰ 1936 ਦੇ ਵਿੱਚ ਇਹ ਇਲਾਹਾਬਾਦ ਨਗਰ ਪਾਲਿਕਾ ਦੇ ਸਦੱਸਿਆ ਚੁਣੇ ਜਾਂਦੇ ਆ ਜੀ। ਤਾਂ ਇੱਕ ਤਰ੍ਹਾਂ ਨਾਲ ਅਸੀਂ ਦੇਖੀਏ ਤਾਂ ਇੱਕ ਲਾਈਫ ਦਾ ਟਰਨਿੰਗ ਪੁਆਇੰਟ ਆਉਂਦਾ ਹੈ। ਸਕੂਲ ਤੋਂ ਰਾਸ਼ਟਰੀ ਅੰਦੋਲਨ ਦੇ ਨਾਲ ਜੁੜਨਾ, ਔਰ ਉੱਥੋਂ ਹੌਲੀ ਹੌਲੀ ਅਗਰ ਅਸੀਂ ਦੇਖੀਏ ਤਾਂ ਇੱਕ ਮੰਚ ਜਿਹੜਾ ਹੈ ਉਹ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ, ਜਦੋਂ ਇਹਨਾਂ ਦਾ ਜੀਵਨ ਜਿਹੜਾ ਹੈ ਉਹ ਸਿੱਧੇ ਤੌਰ 'ਤੇ ਲੋਕਾਂ ਦੇ ਨਾਲ ਜੁੜ ਜਾਂਦਾ ਹੈ। ਔਰ ਇਹ ਸਫ਼ਰ ਜਾਰੀ ਰਹਿੰਦਾ ਜੀ। ਅਗਰ ਅਸੀਂ ਇਹਨੂੰ ਹੋਰ ਨੇੜਿਓਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੇ ਇਸ ਤੋਂ ਬਾਅਦ ਜਿਹੜੀ ਯੂਪੀ ਦੇ ਵਿੱਚ ਗੌਰਮੈਂਟ ਬਣਦੀ ਆ, ਸਰਕਾਰ ਬਣਦੀ ਆ, ਉਹਦੇ ਵਿੱਚ ਬਤੌਰ ਮੰਤਰੀ ਦੇ ਤੌਰ 'ਤੇ ਉਹ ਜੁਆਇਨ ਕਰਦੇ ਆ। ਤੋ GB ਪੰਥ ਜੀ ਦੇ ਦੇਖ ਰੇਖ ਦੇ ਵਿੱਚ ਯੂਪੀ ਦੀ ਸਰਕਾਰ ਬਣਦੀ ਆ, ਮੁੱਖ ਮੰਤਰੀ ਬਣਦੇ ਆ, ਅਤੇ ਇਹ ਉਸ ਸਰਕਾਰ ਦੇ ਵਿੱਚ ਐਜ਼ ਏ ਟਰਾਂਸਪੋਰਟ ਮੰਤਰੀ ਪਹਿਲਾਂ, ਔਰ ਉਸ ਤੋਂ ਬਾਅਦ ਇਹ ਜੁਆਇਨ ਕਰਦੇ ਆ ਐਜ਼ ਏ ਹੋਮ ਮਿਨਿਸਟਰ ਜੀ, ਉਹਨਾਂ ਦੇ ਮੰਤਰੀ ਮੰਡਲ ਨੂੰ। ਲੇਕਿਨ ਜਿਹੜੀ ਸਾਦਗੀ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਹੈ। ਇੱਥੇ ਇੱਕ ਇੰਸੀਡੈਂਟ ਆਉਂਦਾ ਕਿ ਐਜ਼ ਏ ਹੋਮ ਮਿਨਿਸਟਰ, ਜਿਸ ਵੇਲੇ ਹੋਮ ਮਿਨਿਸਟਰ ਹੈ, ਉਹ ਆਪਣੀ ਬੇਟੀ ਦੀ ਸ਼ਾਦੀ ਕਰਦੇ ਆ। ਹਾਂਜੀ। ਤੇ ਲੋਕਾਂ ਨੂੰ ਬੜੀ ਉਮੀਦ ਹੁੰਦੀ ਹੈ ਕਿ ਆਪਣੀ ਬੇਟੀ ਕੁਸਮ ਦੀ ਸ਼ਾਦੀ ਕਰ ਰਹੇ ਆ ਔਰ ਬੜੀ ਸ਼ਾਨੋ ਸ਼ੌਕਤ ਦੇ ਨਾਲ ਹੋਏਗੀ ਜੀ। ਲੇਕਿਨ ਉਹ ਸਾਦਗੀ ਇੱਥੇ ਖਤਮ ਹੈ। ਸਾਦਗੀ ਬਹੁਤ ਸਿੰਪਲ ਸ਼ਾਦੀ ਕੀਤੀ ਜਾਂਦੀ ਹੈ ਔਰ ਇੱਕ ਮੈਸੇਜ ਦਿੱਤਾ ਜਾਂਦਾ ਹੈ ਕਿ ਤੁਸੀਂ ਲੋਕ ਸਾਦਾ ਜੀਵਨ ਬਤੀਤ ਕਰੋ, ਇਹ ਦੇਸ਼ ਦੀ ਜ਼ਰੂਰਤ ਹੈ। ਸਾਨੂੰ ਉਸ ਤਾਮਝਾਮ ਦੇ ਵਿੱਚ ਜ਼ਿਆਦਾ ਖਰਚਾ ਕਰਨ ਦੀ ਜ਼ਰੂਰਤ ਨਹੀਂ ਹੈ। ਰੀਤੀ ਰਿਵਾਜ ਜਿਹੜੇ ਇਹਨੂੰ ਸਿੰਪਲ ਤਰੀਕੇ ਦੇ ਨਾਲ ਤੁਸੀਂ ਪੂਰਾ ਕਰ ਸਕਦੇ ਹੋ। ਔਰ ਇਹ ਮੈਸੇਜ ਅੱਜ ਵੀ ਉਨਾ ਹੀ ਸਾਰਥਕ ਹੈ। ਬਿਲਕੁਲ ਉਨਾ ਹੀ ਸਾਰਥਕ ਹੈ। ਉਹਨਾਂ ਨੇ ਕਰਕੇ ਦਿਖਾਇਆ। ਅਗਰ ਅਸੀਂ ਉਹਨਾਂ ਦੀ ਲਾਈਫ ਦੇ ਵਿੱਚ ਜਿੰਨੇ ਵੀ ਇਹ ਚੀਜ਼ਾਂ ਦੇਖਦੇ ਪਏ ਹਾਂ, ਔਰ ਉਹਨਾਂ ਨੇ ਸਾਰੀਆਂ ਖੁਦ ਇੰਪਲੀਮੈਂਟ ਕੀਤੀਆਂ। ਇਹ ਨਹੀਂ ਹੈ ਕਿ ਉਹਨਾਂ ਨੇ ਸਿਰਫ ਇਹ ਚੀਜ਼ਾਂ ਨੂੰ ਕਿਹਾ। ਉਹ ਬਹੁਤ ਆਮ, ਉਹਨਾਂ ਦੀ ਅਗਰ ਪੇਸ਼ੂਸ਼ਾ ਦੇਖੋ ਨਾ, ਡਰੈਸ ਦੇਖੋ ਉਹਨਾਂ ਦੀ, ਧੋਤੀ ਪਾਉਂਦੇ ਸੀ, ਸਿੰਪਲ ਧੋਤੀ ਪਾਣੀ ਔਰ ਕੁੜਤਾ ਪਾਣਾ, ਠੀਕ ਹੈ। ਔਰ ਇੱਕ ਇੰਸੀਡੈਂਟ ਆਉਂਦਾ ਬੜਾ, ਉਹ ਕਮੈਂਟ ਕਰਦੇ ਸੀ, ਲੋਕਾਂ ਨੂੰ ਇੱਕਦਮ ਹਾਸਾ ਆ ਜਾਂਦਾ ਸੀ ਜਦੋਂ ਉਹ ਗੱਲ ਕਹਿੰਦੇ ਸੀ। ਇੱਕ ਇੰਸੀਡੈਂਟ ਆਉਂਦਾ ਕਿ ਤੁਸੀਂ ਵਿਦੇਸ਼ ਜਾ ਰਹੇ ਹੋ ਤੇ ਤੁਸੀਂ ਪਜਾਮਾ ਜਿਹੜਾ ਹੈ ਉਹ ਸਿਲਵਾ ਲਓ। ਇੱਕ ਇੰਸੀਡੈਂਟ ਹੈ। ਔਰ ਉਸ ਵੇਲੇ ਕੋਟ ਕਰਦੇ ਆ, ਕਹਿੰਦੇ ਕਿ ਮੈਂ ਚੂੜੀਦਾਰ ਪਜਾਮਾ ਸਿਲਵਾ ਤਾਂ ਲਿਆ, ਔਖਾ ਸੌਖਾ ਕਰਕੇ ਮੈਂ ਉਹਨੂੰ ਪਾ ਵੀ ਲਿਆ, ਲੇਕਿਨ ਜਿਸ ਵੇਲੇ ਉਹਨੂੰ ਉਤਾਰਨਾ ਪਿਆ ਤੇ ਲੋਕਾਂ ਦੀ ਮਦਦ ਲੈਣੀ ਪਈ। ਇਹ ਕੋਟ ਕਰਦੇ ਆ। ਵੈਸੇ ਇੱਕ ਚੀਜ਼ ਹੈ, ਇਸ ਕਰਕੇ ਇਹਨਾਂ ਦਾ ਜਿਹੜਾ ਜੀਵਨ ਹੈ ਬਿਲਕੁਲ ਸਾਦਾ, ਉਹ ਖੁਦ ਜਿਉਂਦੇ ਨੇ। ਬਿਲਕੁਲ। ਇੱਕ ਉਹ ਕਹਿੰਦੇ ਨੇ ਨਾ, ਔਰੋਂ ਕੋ ਨਸੀਹਤ ਖੁਦ ਮੀਆਂ ਫਸੀਹਤ। ਬਿਲਕੁਲ। ਉਹ ਨਹੀਂ,
ਕਿ ਆਪਾਂ ਦੂਜਿਆਂ ਨੂੰ ਨਸੀਹਤ ਕਰੀ ਜਾਈਏ ਔਰ ਦੂਜੇ ਆਪਣੇ ਆਪ ਦੀ ਜ਼ਿੰਦਗੀ ਨੂੰ ਉਦਾਂ ਹੀ ਰੱਖੀਏ, ਐਸ਼ ਪ੍ਰਸਤੀ ਵਾਲੀ, ਉਹ ਨਹੀਂ। ਅਗਰ ਸਾਦਗੀ ਦਾ ਸੰਦੇਸ਼ ਹੈ ਤਾਂ ਸਾਦਾ ਜੀਵਨ ਖੁਦ ਵੀ ਜਿਉਂਦੇ। ਬਿਲਕੁਲ ਜੀ। ਜਿਸ ਵੇਲੇ ਅਸੀਂ ਇਹਨਾਂ ਦਾ ਪਬਲਿਕ ਜੀਵਨ ਦੇਖਦੇ ਹਾਂ ਨਾ, ਉਸ ਵੇਲੇ ਵੀ ਇਹ ਚਾਹੇ ਯੂਪੀ ਦੇ ਵਿੱਚ ਹੋਮ ਮਿਨਿਸਟਰ ਦੀ ਭੂਮਿਕਾ ਨਿਭਾ ਰਹੇ ਆ, ਆਗਰਾ ਕਿਸੇ ਕੰਮ ਦੇ ਲਈ ਆ ਰਹੇ ਆ, ਔਰ ਸਟੇਸ਼ਨ 'ਤੇ ਇਹਨਾਂ ਨੂੰ ਰਿਸੀਵ ਕਰਨ ਦੇ ਲਈ ਬਹੁਤ ਸਾਰੇ ਅਧਿਕਾਰੀ ਪਹੁੰਚੇ ਹੁੰਦੇ ਆ। ਉਹ ਐਕਸਪੈਕਟ ਇਹੀ ਕਰਦੇ ਆ ਕਿ ਟ੍ਰੇਨ ਦੀ ਫਸਟ ਕਲਾਸ ਦੇ ਵਿੱਚ ਟਰੈਵਲ ਕਰਨਗੇ, ਉਹ ਸਾਰੇ ਫਸਟ ਕਲਾਸ ਦੇ ਡਿੱਬਾ ਜਿਹੜਾ ਕੰਪਾਰਟਮੈਂਟ ਉੱਥੇ ਪਹੁੰਚ ਜਾਂਦੇ ਆ, ਲੇਕਿਨ ਇਹ ਥਰਡ ਕਲਾਸ 'ਚ ਜਿਹੜਾ ਟਰੈਵਲ ਕਰਕੇ ਆਗਰਾ ਪਹੁੰਚਦੇ ਆ। ਔਰ ਜਿਸ ਵੇਲੇ ਉੱਥੇ ਪਹੁੰਚਦੇ ਆ, ਗੇਟ ਤੋਂ ਨਿਕਲਣ ਲੱਗਦੇ, ਗੇਟ ਕੀਪਰ ਇਹਨਾਂ ਨੂੰ ਰੋਕ ਲੈਂਦਾ ਕਿ ਰੁਕ ਜਾਓ, ਮੰਤਰੀ ਜੀ ਆ ਰਹੇ, ਉਸਕੇ ਬਾਅਦ ਆਪ ਜਾਣਾ। ਤੁਸੀਂ ਦੇਖੋ, ਇਹ ਸਾਡੇ ਸਮਾਜ ਨੂੰ ਝੰਜੋੜ ਕੇ ਰੱਖ ਦੇਣ ਦੀ ਘਟਨਾ। ਬਿਲਕੁਲ, ਇਹ ਇਨਸੀਡੈਂਟ ਹੈ। ਔਰ ਜਿਸ ਵੇਲੇ ਕੁਝ ਲੋਕ ਇਹਨਾਂ ਨੂੰ ਸਾਈਡ ਤੇ ਖੜਾ ਦੇਖਦੇ ਆ, ਇਹਨਾਂ ਨੂੰ ਪਹਿਚਾਣਦੇ ਆ ਔਰ ਇਹਨਾਂ ਨੂੰ ਉੱਥੇ ਰਿਸੀਵ ਕਰਦੇ ਆ, ਔਰ ਇਹ ਫਿਰ ਆਉਣ ਲੱਗੇ ਉਸ ਗੇਟ ਕੀਪਰ ਨੂੰ ਸ਼ਾਬਾਸ਼ੀ ਦਿੰਦੇ ਆ ਕਿ ਭਾਈ ਠੀਕ ਹੈ, ਤੂੰ ਆਪਣੀ ਡਿਊਟੀ ਪੂਰੀ ਕੀਤੀ ਆ। ਅਦਭੁਤ, ਅਦਭੁਤ। ਇਹ ਜਿਹੜੀ ਪਰਸਨੈਲਿਟੀ ਆ, ਯੈਸ, ਇਹ ਪਰਸਨੈਲਿਟੀ ਜਿਹੜੀ ਹੈ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਸ ਵੇਲੇ ਵੀ ਅਸੀਂ ਸਾਦਗੀ ਦੀ ਗੱਲ ਕਰਾਂਗੇ ਨਾ ਰਾਜਨੀਤੀ ਦੇ ਵਿੱਚ, ਤਾਂ ਨੰਬਰ 1 ਤੇ ਨਾਮ ਜਿਹੜਾ ਉਹ ਲਾਲ ਬਹਾਦੁਰ ਸ਼ਾਸਤਰੀ। ਕਹਿੰਦੇ ਨੇ ਕਿ ਖੁਸ਼ ਰਹਿਣਾ ਸਿੱਧੀ ਸਾਦੀ ਗੱਲ ਹੈ, ਪਰ ਸਿੱਧਾ ਸਾਦਾ ਰਹਿਣਾ ਬੜੀ ਮੁਸ਼ਕਿਲ ਗੱਲ ਹੁੰਦੀ ਹੈ। ਸੋ ਇਹ ਜਦੋਂ ਹੁਣ ਆ ਗਏ ਨੇ ਮਿਨਿਸਟਰੀ ਦੇ ਵਿੱਚ, ਕਈ ਘਟਨਾਵਾਂ ਨੇ। ਇੱਕ ਬੜਾ ਮਸ਼ਹੂਰ ਕਿੱਸਾ ਹੈ ਕਿ ਜਦੋਂ ਇਹਨਾਂ ਨੇ ਰੇਲਵੇ ਦੇ ਮਿਨਿਸਟਰ ਸੀਗੇ, ਰੇਲਵੇ ਮਿਨਿਸਟਰ ਸੀ, ਉਦੋਂ ਇਹਨਾਂ ਨੇ ਰਿਜ਼ਾਈਨ ਕੀਤਾ। ਹਾਂ, ਉਹ ਇਨਸੀਡੈਂਟ ਆਉਂਦਾ ਹੈ ਕਿ ਜਿਸ ਵੇਲੇ ਇਹ ਸਟੇਟ ਲੈਵਲ ਤੋਂ ਫਿਰ ਸੈਂਟਰ ਲੈਵਲ ਤੱਕ ਆਉਂਦੇ ਆ, ਔਰ ਰੇਲਵੇ ਮਿਨਿਸਟਰ ਜਦੋਂ ਸੈਂਟਰ ਦੇ ਵਿੱਚ ਇਹ ਬਣਦੇ ਆ, ਉਸ ਵੇਲੇ ਇੱਕ ਇਨਸੀਡੈਂਟ ਆਉਂਦਾ ਐਲੀਵਰ ਦੇ ਵਿੱਚ। ਇੱਕ ਰੇਲ ਹਾਦਸਾ ਹੁੰਦਾ ਹੈ, ਕਿਉਂਕਿ ਇਹ ਰੇਲ ਮੰਤਰੀ ਹੈ। ਰੇਲ ਮੰਤਰੀ ਰਹਿੰਦੇ ਹੋਏ ਇਹਨਾਂ ਨੇ ਬਹੁਤ ਸਾਰੇ ਕੰਮ ਕੀਤੇ। ਚਾਹੇ ਇਹਨਾਂ ਦਾ ਮੰਨਣਾ ਸੀ ਕਿ ਜਿਹੜਾ ਥਰਡ ਕੰਪਾਰਟਮੈਂਟ ਹੈ, ਥਰਡ ਕਲਾਸ ਇਹਨੂੰ ਅਸੀਂ ਕਹਿ ਦਿੰਦੇ ਹਾਂ, ਉਸ ਕੰਪਾਰਟਮੈਂਟ ਦੇ ਵਿੱਚ ਮੈਕਸਿਮਮ ਲੋਕ ਸਫ਼ਰ ਕਰਦੇ ਆ, ਔਰ ਉੱਥੇ ਸਹੂਲਤਾਂ ਦੀ ਕਮੀ ਆ। ਹਾਂਜੀ, ਇਹਨਾਂ ਨੇ ਉੱਥੇ ਪੱਖਿਆਂ ਦਾ ਅਰੇਂਜਮੈਂਟ ਕੀਤਾ, ਲਾਈਟ ਦਾ ਅਰੇਂਜਮੈਂਟ ਕੀਤਾ, ਔਰ ਇਹ ਮੰਨਿਆ ਕਿ ਇਸ ਕੰਪਾਰਟਮੈਂਟ ਨੂੰ ਪੂਰੀਆਂ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ। ਇਹਨਾਂ ਨੇ ਐਜ਼ ਏ ਰੇਲ ਮਿਨਿਸਟਰ ਬਹੁਤ ਕੰਮ ਕੀਤੇ। ਜਿਹੜੇ ਅਸੀਂ ਰੇਲਵੇ ਦੇ ਜ਼ੋਨ ਦੇਖਦੇ ਹਾਂ, ਉਹ ਵੀ ਇਹਨਾਂ ਦੇ ਟੈਨਿਓਰ ਦੇ ਵਿੱਚ ਰੇਲਵੇ ਦੇ ਅਲੱਗ-ਅਲੱਗ ਜ਼ੋਨ ਬਣੇ। ਔਰ ਜਿਹੜਾ ਉਹ ਇਨਸੀਡੈਂਟ ਹੁੰਦਾ ਹੈ, ਉਹ ਇਹਨਾਂ ਨੂੰ ਕਹਿ ਲਓ ਕਿ ਇਹ ਆਪਣੀ ਮੋਰਲ ਰਿਸਪੌਂਸਿਬਿਲਿਟੀ ਲੈਂਦੇ ਆ। ਇਹਨਾਂ 'ਤੇ ਕੋਈ ਪ੍ਰੈਸ਼ਰ ਨਹੀਂ ਹੈ, ਰਾਦਰ ਪ੍ਰੈਸ਼ਰ ਇਹ ਸੀਗਾ ਕਿ ਤੁਸੀਂ ਰਿਜ਼ਾਈਨ ਨਾ ਕਰੋ, ਉਲਟਾ ਕੰਮ ਸੀ। ਲੇਕਿਨ ਇਹਨਾਂ ਨੇ ਕਿਹਾ ਨਹੀਂ, ਇਹ ਮੇਰੀ ਨੈਤਿਕ ਜ਼ਿੰਮੇਵਾਰੀ ਹੈ ਔਰ ਮੈਂ ਇਸ ਕਰਕੇ ਆਪਣਾ ਰਿਜ਼ਾਈਨ ਕਰਦਾ। ਔਰ ਇਹ ਇੱਕ ਬਹੁਤ ਭਾਰਤੀ ਕਹਿ ਲਓ ਕਿ ਰਾਜਨੀਤੀ ਦੇ ਵਿੱਚ ਇੱਕ ਅਜਿਹੀ ਘਟਨਾ ਸੀ ਜਿਨ੍ਹਾਂ ਨੇ ਮੰਤਰੀ ਨੂੰ ਇੱਕੋ ਹੀ ਉਦਾਹਰਨ ਦੇਖਣ ਨੂੰ ਮਿਲਦੀ ਆ ਕਿ ਨੈਤਿਕ ਜ਼ਿੰਮੇਵਾਰੀ ਲੈ ਕੇ ਉਹ ਆਪਣਾ ਰਿਜ਼ਾਈਨ ਕਰ ਰਹੇ ਆ। ਭਾਰਤ ਦੇ ਇਤਿਹਾਸ ਦੇ ਵਿੱਚ ਸਿਰਫ ਇੱਕੋ ਉਦਾਹਰਨ ਅੱਜ ਤੱਕ, ਬਿਲਕੁਲ ਇੱਕ ਉਦਾਹਰਨ ਦੇਖਣ ਨੂੰ ਮਿਲਦੀ ਪਈ ਹੈ। ਦੇਖੋ ਕਿ ਸਾਹਮਣੇ ਉਹ ਆਪਣੀ ਇੱਕ ਨੈਤਿਕਤਾ ਦਾ ਜਿਹੜਾ ਵਾ ਉਹਨੂੰ ਕੰਪਰੋਮਾਈਜ਼ ਨਹੀਂ ਕਰਦੇ। ਇੱਕ ਚੀਜ਼ ਜੋ ਜ਼ਿਕਰ ਕਰਨੀ ਜ਼ਰੂਰੀ ਗੱਲ ਬਣਦੀ ਆ, ਜੈ ਜਵਾਨ ਜੈ ਕਿਸਾਨ, ਉਸ ਤੋਂ ਬਿਨਾਂ ਤੇ ਸ਼ਾਸਤਰੀ ਜੀ ਦਾ ਜ਼ਿਕਰ ਪੂਰਾ ਹੀ ਨਹੀਂ ਹੋ ਸਕਦਾ। ਬਿਲਕੁਲ, ਜੈ ਜਵਾਨ ਜੈ ਕਿਸਾਨ ਜਿਹੜਾ ਹੈ, ਜਿਸ ਵੇਲੇ ਸ਼ਾਸਤਰੀ ਜੀ ਪ੍ਰਧਾਨ ਮੰਤਰੀ ਬਣ ਜਾਂਦੇ ਆ, ਜੂਨ 1964 ਦੇ ਵਿੱਚ ਇਹ ਪ੍ਰਧਾਨ ਮੰਤਰੀ ਬਣਦੇ ਆ। ਔਰ ਇਹ ਜਿਹੜਾ ਟਾਈਮ ਸੀਗਾ ਆਰਥਿਕ ਤੌਰ ਦੇ ਉੱਪਰ ਕ੍ਰਾਈਸਿਸ ਦਾ ਟਾਈਮ ਸੀਗਾ। ਕੇਵਲ ਆਰਥਿਕ ਕ੍ਰਾਈਸਿਸ ਹੀ ਨਹੀਂ ਸੀ, ਬਲਕਿ ਐਕਸਟਰਨਲ ਤੌਰ ਤੇ ਵੀ ਪਾਕਿਸਤਾਨ ਨੇ ਭਾਰਤ ਤੇ ਹਮਲਾ ਕੀਤਾ ਔਰ ਇਹ ਇੱਕ ਚੁਣੌਤੀ ਵਾਲਾ ਟਾਈਮ ਸੀ। ਲਾਲ ਬਹਾਦੁਰ ਸ਼ਾਸਤਰੀ ਜੀ ਨੇ ਇਸ ਸਮੇਂ ਦੇ ਵਿੱਚ ਜਿਹੜੀ ਮਜ਼ਬੂਤੀ ਦਿਖਾਈ, ਉਹ ਮਜ਼ਬੂਤੀ ਜਿਹੜੀ ਹੈ ਉਹਦੇ ਕਾਰਨ ਹੀ ਭਾਰਤ ਜਿਹੜਾ ਉਹ ਵਿਜੇ ਹੋ ਕੇ ਇਸ ਯੁੱਧ ਤੋਂ ਬਾਹਰ ਆਇਆ। 1965 ਦਾ ਜਿਹੜਾ ਪਾਕਿਸਤਾਨ ਨੇ ਭਾਰਤ ਤੇ ਯੁੱਧ ਥੋਪਿਆ। 22 ਦਿਨ ਉਹ ਯੁੱਧ ਚੱਲਿਆ ਔਰ ਅਲਟੀਮੇਟਲੀ ਭਾਰਤ ਜਿਹੜਾ ਉਸ ਯੁੱਧ ਨੂੰ ਜਿੱਤ ਜਾਂਦਾ ਹੈ। ਔਰ ਉਹਦੇ ਪਿੱਛੇ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜਿਹੜਾ ਕਠੋਰ ਨਿਰਣੇ ਲੈਣ ਦੀ ਜਿਹੜੀ ਸ਼ਕਤੀ ਸੀ, ਉਹ ਉਹਨਾਂ ਦੀ ਮਜ਼ਬੂਤੀ ਸੀ, ਉਹਦੇ ਕਾਰਨ ਹੀ ਭਾਰਤ ਨੂੰ ਜਿੱਤ ਮਿਲੀ। ਜਿਹੜਾ ਲਾਲ ਬਹਾਦੁਰ ਸ਼ਾਸਤਰੀ ਜੀ ਇਹ ਨਾਅਰਾ ਦਿੰਦੇ ਆ ਜੈ ਜਵਾਨ ਜੈ ਕਿਸਾਨ ਦਾ, ਇਹ ਰਾਮਲੀਲਾ ਗਰਾਊਂਡ ਦੇ ਵਿੱਚ ਦੁਸ਼ਹਿਰੇ ਵਾਲੇ ਦਿਨ 1965 ਨੂੰ ਇਹ ਨਾਅਰਾ ਦਿੱਤਾ ਜਾਂਦਾ ਹੈ। ਔਰ ਇਹਦਾ ਉਦੇਸ਼ ਇਹ ਹੈ ਕਿ ਜਿਹੜਾ ਦੇਸ਼ ਦਾ ਜਵਾਨ ਹੈ ਉਹ ਦੇਸ਼ ਦੀ ਰੱਖਿਆ ਕਰ ਰਿਹਾ ਹੈ, ਔਰ ਜਿਹੜਾ ਦੇਸ਼ ਦਾ ਕਿਸਾਨ ਹੈ ਉਹ ਭਾਰਤ ਦੇ ਲੋਕਾਂ ਦਾ ਪੇਟ ਭਰ ਰਿਹਾ। ਔਰ ਇਹ ਦੋਨੋਂ ਚੀਜ਼ਾਂ ਬਹੁਤ ਜ਼ਰੂਰੀ ਹੈ। ਔਰ ਇਹਦੇ ਨਾਲ ਉਹਨਾਂ ਨੇ ਜੈ ਹਿੰਦ ਨੂੰ ਜੋੜਿਆ ਔਰ ਇਹ ਨਾਅਰਾ ਲੋਕਾਂ ਕੋਲ ਲਗਵਾਇਆ। ਔਰ ਇਹ ਸਿਰਫ ਇਸ ਵੇਲੇ ਕਹਿ ਲਓ ਕਿ ਲਾਲ ਬਹਾਦੁਰ ਸ਼ਾਸਤਰੀ ਦਾ ਨਾਅਰਾ ਨਹੀਂ, ਇਹ ਰਾਸ਼ਟਰ ਦਾ ਨਾਅਰਾ ਬਣ ਗਿਆ ਕਿ ਜਵਾਨ ਵੀ ਬਹੁਤ ਜ਼ਰੂਰੀ ਹੈ ਤੇ ਨਾਲ ਦੀ ਨਾਲ ਕਿਸਾਨ ਵੀ ਜ਼ਰੂਰੀ ਹੈ। ਔਰ ਇਹਨਾਂ ਦੋਨਾਂ ਦੀ ਜੈ ਦੇ ਨਾਲ ਹੀ ਜੈ ਹਿੰਦ ਹੋ ਸਕਦਾ ਹੈ। ਔਰ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਲੋਕਾਂ ਦੇ ਵਿੱਚ ਇਹ ਭਾਵਨਾ ਪੈਦਾ ਕਰ ਦਿੱਤੀ ਕਿ ਸਾਨੂੰ ਆਪਣੇ ਦੇਸ਼ ਦੀ ਰੱਖਿਆ ਦੇ ਲਈ ਜਵਾਨ ਬਣਨਾ ਪਏਗਾ ਔਰ ਲੋਕਾਂ ਦਾ ਪੇਟ ਭਰਨ ਦੇ ਲਈ ਮਜ਼ਬੂਤ ਕਿਸਾਨ ਵੀ ਬਣਨਾ ਪਏਗਾ। ਜਿਸ ਵੇਲੇ ਅਗਰ ਅਸੀਂ ਦੇਖੀਏ ਇਕਨੋਮਿਕ ਕ੍ਰਾਈਸਿਸ ਜਿਹੜਾ ਆਉਂਦਾ ਹੈ, PL 480 ਦੀ ਗੱਲ ਕਰਦੇ ਹਾਂ ਕਿ ਅਮਰੀਕਾ ਨੇ
ਸਪਲਾਈ ਅਨਾਜ ਕਰਨ ਦੇਣਾ ਤੋਂ ਬੰਦ ਬੰਦ ਕੀਤਾ। ਔਰ ਉਸ ਵੇਲੇ ਇਹਨਾਂ ਨੇ ਪੂਰਾ ਦਾ ਪੂਰਾ ਲੋਕਾਂ ਨੂੰ ਇੱਕ ਤਿਆਗ ਦੀ ਭਾਵਨਾ ਦੇ ਨਾਲ ਪ੍ਰੇਰਿਤ ਕੀਤਾ ਕਿ ਇੱਕ ਦਿਨ ਦਾ ਉਪਵਾਸ ਰੱਖੋ, ਇੱਕ ਦਿਨ ਵਰਤ ਕਰੋ। ਔਰ ਜਿਸ ਵੇਲੇ ਵਰਤ ਕਰੋ ਦੀ ਗੱਲ ਅਸੀਂ ਦੇਖਦੇ ਹਾਂ ਨਾ, ਹਾਂਜੀ। ਔਰ ਪਹਿਲਾਂ ਉਹਨਾਂ ਨੇ ਆਪਣੇ ਘਰ ਦੇ ਵਿੱਚ ਲਾਗੂ ਕੀਤੀ। ਇਹਨਾਂ ਦੇ ਬੇਟੇ ਅਨਿਲ ਸ਼ਾਸਤਰੀ ਜੀ ਦੱਸਦੇ ਹੈ ਕਿ ਸਾਡੇ ਘਰ ਦੇ ਵਿੱਚ ਇੱਕ ਦਿਨ ਦਾ ਖਾਣਾ ਨਹੀਂ ਬਣਿਆ, ਔਰ ਉਹਨਾਂ ਨੇ ਕਿਹਾ ਕਿ ਮੈਂ ਦੇਖਣਾ ਚਾਹੁੰਦਾ ਕਿ ਇੱਕ ਦਿਨ ਅਗਰ ਖਾਣਾ ਨਹੀਂ ਖਾਂਦੇ ਤੇ ਕੀ ਉਹਦਾ ਅਸਰ ਪੈਂਦਾ, ਮੇਰੇ ਬੱਚਿਆਂ ਤੇ ਕੀ ਅਸਰ ਪੈਂਦਾ, ਮੇਰੇ ਪਰਿਵਾਰ ਤੇ ਕੀ ਅਸਰ ਪੈਂਦਾ, ਮੇਰੇ ਤੇ ਕੀ ਅਸਰ ਪੈਂਦਾ। ਔਰ ਅਗਲੇ ਦਿਨ ਉਹਨਾਂ ਨੇ ਇਹ ਡਿਸੀਜਨ ਲਿਆ, ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਸੋਮਵਾਰ ਵਾਲੇ ਦਿਨ ਖਾਣਾ ਜਿਹੜਾ ਉਹਦਾ ਤਿਆਗ ਕਰੋ, ਅੱਛਾ, ਤਾਂ ਕਿ ਸਾਡੇ ਜਿਹੜਾ ਖਾਣੇ ਦੇ ਭੰਡਾਰ ਜਿਹੜੇ ਹੈ ਖਾਲੀ ਹੋ ਰਹੇ, ਉਹ ਖਾਣੇ ਦੇ ਭੰਡਾਰ ਭਰ ਜਾਣ, ਅਸੀਂ ਆਪਣੀ ਕਮੀ ਨੂੰ ਪੂਰਾ ਕਰ ਸਕੀਏ। ਸਾਨੂੰ ਨਹੀਂ ਜ਼ਰੂਰਤ PL 480 ਦੀ, ਅਸੀਂ ਆਪਣੀਆਂ ਜ਼ਰੂਰਤਾਂ ਨੂੰ ਕੰਟਰੋਲ ਕਰਕੇ ਦੇਸ਼ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ। ਔਰ ਦੇਖੋ ਕਿੰਨਾ ਜ਼ਿਆਦਾ ਪਸੰਦ ਕਰਦੇ ਸੀ ਦੇਸ਼ ਦੇ ਲੋਕ ਉਹਨਾਂ ਨੂੰ ਕਿ ਉਹਨਾਂ ਦੀ ਗੱਲ ਮੰਨ ਕੇ ਸਰ ਨੇ ਵਰਤ ਰੱਖਣਾ ਸ਼ੁਰੂ ਕਰਤਾ। ਲੋਕਾਂ ਨੇ ਵਰਤ ਰੱਖੇ। ਉਸ ਦਿਨ ਰੈਸਟੋਰੈਂਟ ਬੰਦ ਹੋਣੇ ਸ਼ੁਰੂ ਹੋ ਗਏ ਇੱਕ ਦਿਨ ਦੇ ਲਈ। ਦੇਖੋ ਇੰਨਾ ਤਿਆਗ, ਦੁਕਾਨਾਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਕਿ ਨਹੀਂ ਅੱਜ ਅਸੀਂ ਇਹ ਸਮਾਨ ਨਹੀਂ ਵੇਚਣਾ। ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਪਰ ਖਾਣੇ ਦੇ ਜਿਹੜੀ ਚੀਜ਼ਾਂ ਉਹਨਾਂ ਨੂੰ ਉਗਾਉਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਆਤਮ ਨਿਰਭਰ ਬਣਾਂਗੇ। ਔਰ ਅੱਜ ਅਸੀਂ ਅਗਰ ਆਤਮ ਨਿਰਭਰ ਦੇਸ਼ ਨੂੰ ਦੇਖਦੇ ਪਏ ਹਾਂ ਤਾਂ ਜਿਹੜੀ ਹਰੀ ਕ੍ਰਾਂਤੀ ਦੇਖਦੇ ਹਾਂ, ਜਿਹੜੀ ਅਸੀਂ ਵਾਈਟ ਰੈਵੋਲੂਸ਼ਨ ਦੇਖਦੇ ਹਾਂ, ਚਿੱਟੀ ਕ੍ਰਾਂਤੀ, ਯੈਸ, ਦੁੱਧ ਦੀ ਜਿਹੜੀ ਅਸੀਂ ਦੇਖਦੇ ਪਏ ਹਾਂ, ਉਹਦੇ ਵਿੱਚ ਯੋਗਦਾਨ ਜਿਹੜਾ ਉਹ ਲਾਲ ਬਹਾਦੁਰ ਸ਼ਾਸਤਰੀ ਦਾ ਵੱਡਮੁੱਲਾ ਰਿਹਾ। ਜੀ ਜੀ। ਔਰ ਸਾਦਗੀ ਜਿਹੜੀ ਹੈ ਉਹ ਲਗਾਤਾਰ ਬਣੀ ਰਹੀ ਹੈ। ਔਰ ਇਸ ਪਦ ਦੇ ਉੱਪਰ ਬੈਠ ਕੇ ਵੀ ਉਹਨਾਂ ਨੇ ਦੇਸ਼ ਦੀ ਗਰਿਮਾ ਨੂੰ ਵਧਾਇਆ। ਔਰ ਜਿਸ ਵੇਲੇ ਉਹਨਾਂ ਨੇ ਇਹ ਜਿੱਤ ਹਾਸਲ ਕੀਤੀ ਹੈ ਔਰ ਮਜ਼ਬੂਤ ਫੈਸਲੇ ਲਏ ਆ, ਸਰਲਤਾ, ਸਿੰਪਲਿਸਿਟੀ ਹੈ, ਲੇਕਿਨ ਮਜ਼ਬੂਤ ਫੈਸਲੇ ਲੈਣ ਦੀ ਉਹ ਸ਼ਕਤੀ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਸੀ, ਜਿਹਦੇ ਨਾਲ ਉਹਨਾਂ ਨੇ ਦੇਸ਼ ਨੂੰ ਇੱਕ ਮਹਾਸ਼ਕਤੀ ਬਣਾਇਆ। ਔਰ ਉਹਨਾਂ ਦੇ ਜੀਵਨ ਤੋਂ ਅਸੀਂ ਕੀ ਸਿੱਖਦੇ ਹਾਂ, ਉਹਨਾਂ ਦਾ ਜੀਵਨ ਦਾ ਸੰਦੇਸ਼ ਕੀ ਹੈ, ਪੂਰਾ ਫਲਸਫਾ ਕੀ ਹੈ, ਉਹ ਸਾਡੇ ਦਰਸ਼ਕਾਂ ਨੂੰ ਇੱਕ ਸੰਦੇਸ਼ ਦੇ ਰੂਪ ਦੇ ਵਿੱਚ ਤੁਸੀਂ ਜ਼ਰੂਰ ਦਿਓ ਤਾਂ ਕਿ ਦੇਸ਼ ਵਾਸੀ ਉਸ ਫਲਸਫੇ ਦੇ ਉੱਤੇ ਕੰਮ ਕਰਨ। ਸੰਜੀਵ ਜੀ, ਜਿਸ ਵੇਲੇ ਅਸੀਂ ਦੇਖਦੇ ਹਾਂ ਕਿ ਐਜ਼ ਏ ਪ੍ਰਧਾਨ ਮੰਤਰੀ ਉਹ ਆਪਣੀ ਭੂਮਿਕਾ ਨਿਭਾ ਰਹੇ ਹੈ ਔਰ ਜੂਨ 'ਚ ਪ੍ਰਧਾਨ ਮੰਤਰੀ ਬਣਦੇ ਆ, ਜੂਨ 1964 'ਚ, ਔਰ ਅਕਤੂਬਰ 1964 'ਚ ਆਪਣੇ ਸਕੂਲ ਜਾ ਕੇ ਬੱਚੇ ਦਾ ਰਿਜ਼ਲਟ ਲੈ ਰਹੇ ਆ। ਅਨਿਲ ਸ਼ਾਸਤਰੀ ਦਾ 11ਵੀਂ B ਦੇ ਵਿੱਚੋਂ ਪੜ੍ਹਦੇ ਆ ਔਰ ਉਹਨਾਂ ਦਾ ਰਿਜ਼ਲਟ ਲੈਣ ਲਈ ਐਜ਼ ਏ ਪੇਰੈਂਟਸ, ਪ੍ਰਧਾਨ ਮੰਤਰੀ ਦੇ ਰੂਪ ਪੇਰੈਂਟਸ ਉਹ ਜਾ ਕੇ ਆਪਣਾ ਰਿਜ਼ਲਟ ਲੈ ਰਹੇ। ਸਿੰਪਲਿਸਿਟੀ ਹੈ। ਪਰਿਵਾਰ ਕੋਲ ਕਾਰ ਨਹੀਂ ਹੈ ਲੇਕਿਨ ਉਹ ਕਾਰ ਪਰਚੇਸ ਕਰਨਾ ਚਾਹ ਰਹੇ ਆ। 7,000 ਰੁਪਈਆ 12,000 ਦੀ ਕਾਰ ਹੈ, 5,000 ਰੁਪਈਆ ਲੋਨ ਰਹਿੰਦੇ ਆ ਜੀ, ਪ੍ਰਧਾਨ ਮੰਤਰੀ ਲੋਨ ਲੈ ਰਿਹਾ। ਇੱਕ ਸਿੰਪਲਿਸਿਟੀ ਤੋਂ ਉਹਨਾਂ ਦੇ ਜੀਵਨ ਤੋਂ ਇੱਕ ਖੁੱਲੀ ਕਿਤਾਬ ਹੈ, ਇਹ ਟਰੂਥ ਇਨ ਪੋਲਿਟਿਕਸ ਹੈ, ਜਿੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਦਗੀ, ਸਿੰਪਲਿਸਿਟੀ ਦੇ ਨਾਲ, ਸੱਚਾਈ ਦੇ ਨਾਲ ਜੁੜ ਕੇ ਅਸੀਂ ਆਪਣਾ ਤੇ ਆਪਣੇ ਪਰਿਵਾਰ ਦਾ, ਸਮਾਜ ਦਾ, ਦੇਸ਼ ਦਾ ਨਾਮ ਜਿਹੜਾ ਰੋਸ਼ਨ ਕਰ ਸਕਦੇ ਹਾਂ, ਦੇਸ਼ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ। ਆਪਣੀ ਪਤਨੀ ਦੇ ਨਾਲ ਬਾਜ਼ਾਰ ਗਏ, ਇੱਕ ਸਾੜੀ ਲੈ ਕੇ ਦਿੱਤੀ ਉਹਨਾਂ ਨੂੰ। ਦੁਕਾਨਦਾਰ ਕਹਿੰਦਾ ਮੈਂ ਪੈਸੇ ਨਹੀਂ ਲਵਾਂਗਾ ਜੀ। ਉਹ ਕਹਿੰਦੇ ਫਿਰ ਸਾਰੇ ਭਾਰਤ ਦੀਆਂ ਜਿੰਨੀਆਂ ਨਾਰੀਆਂ ਨੇ, ਜਿੰਨੀਆਂ ਔਰਤਾਂ ਨੇ, ਸਭ ਨੂੰ ਸਾੜੀਆਂ ਦੇ ਦੇ, ਫਿਰ ਅਸੀਂ ਵੀ ਫ੍ਰੀ ਦੇ ਵਿੱਚ ਲੈ ਲਾਂਗੇ, ਨਹੀਂ ਤਾਂ ਪੈਸੇ ਲੈ ਲਓ। ਬਿਲਕੁਲ ਬਿਲਕੁਲ ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇਹ ਸਾਦਗੀ ਭਰਿਆ ਜੀਵਨ ਹੋਵੇ ਸਾਡਾ ਸਾਰਿਆਂ ਦਾ। ਔਰ ਸ਼ਾਸਤਰੀ ਜੀ ਨੇ ਇੱਕ ਗੱਲ ਜ਼ਰੂਰ ਕਹੀ ਸੀ ਕਿ ਰਾਜਨੀਤੀ ਦੇ ਵਿੱਚ ਅਸੀਂ ਕਦੀ ਵੀ ਧਰਮ ਨੂੰ ਮਿਕਸ ਨਹੀਂ ਕਰਦੇ। ਇਹ ਉਹਨਾਂ ਦਾ ਖਾਸ ਸੰਦੇਸ਼ ਗਿਆ ਹੈ ਸਾਰੇ ਭਾਰਤ ਨੂੰ, ਉਸ ਸਮੇਂ ਦੇ ਵਿੱਚ ਵੀ ਔਰ ਅੱਜ ਵੀ ਸਾਰਥਕ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਜੈ ਹਿੰਦ। ਗੁਰਪੁਰਬ ਤੋਂ
ਦੀਵਾਲੀ ਤੇ ਹੋਲੀ ਸਾਂਝੇ ਨੇ ਗੁਰਪੁਰਬ ਦੁਸ਼ਹਿਰਾ ਦੀਵਾਲੀ ਤੇ ਹੋਲੀ ਸਾਂਝੇ ਨੇ ਗੁਰਪੁਰਬ ਦੁਸ਼ਹਿਰਾ ਦੀਵਾਲੀ